ਵਾਹਿਗੁਰੂ। ਦਾਸ ਗੋਬਿੰਦ ਫਤਿਹ ਖਾਲਸਾ। ਦਰਸ ਪਰਸ ਮਿਟੈ ਸੋਗ, ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਧੋਂ ਕਰ ਅਨੁਰਾਗ। ਏਕ ਓਂਕਾਰ ਸਤਿਗੁਰੂ, ਇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋ। ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਏ। ਦੋਹਰਾ। ਪ੍ਰਾਪਤ ਹੋਇਓ ਆਨ ਕਰ, ਹੈ ਜੇ ਵਿਧਾਨ ਪ੍ਰਵੀਨ। ਕਰਹੁ ਬਿਦਤ ਸ੍ਰੀ ਚੰਡਕਾ, ਤੇਜ ਤੁਰ ਕਹਿਤ ਕੀਨ। ਸ਼੍ਰੀ ਕਲਗੀਧਰ ਕੇ ਬਚਨ, ਸੁਨ ਕਰ ਸ਼ਬਦ ਜਰਾਏ। ਕੇਤਕ ਸਮੈ ਵਿਚਾਰ ਕਰ, ਬੋਲਨ ਚਾਹੇ ਉਠਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਇਤਿਹਾਸ ਸਰਵਨ ਕਰਨ ਵਾਸਤੇ ਆਪਾਂ ਗੁਰੂ ਦਰਬਾਰ ਵਿੱਚ ਇਕੱਤਰਤ ਹੋਏ ਹਾਂ। ਸਤਿਗੁਰਾਂ ਦੇ ਕੋਲ ਕੇਸੋਦਾਸ ਨਾਮ ਦਾ ਇੱਕ ਬ੍ਰਾਹਮਣ ਕਾਸ਼ੀ ਤੋਂ ਚੱਲ ਕੇ ਆਇਆ ਹੈ। ਬਹਾਨਾ ਇਹ ਲਾਇਆ ਹੈ ਕਿ ਮੈਂ ਜਵਾਲਾ ਦੇਵੀ ਦੇ, ਜਵਾਲਾ ਜੀ ਦੇ ਦਰਸ਼ਨ ਕਰਨ ਚੱਲਿਆ। ਰਸਤੇ ਵਿੱਚ ਆਪ ਜੀ ਬਿਰਾਜਮਾਨ ਹੋ, ਮੈਂ ਤੁਹਾਡੇ ਦਰਸ਼ਨ ਕਰਨ ਆਇਆ। ਇਸ ਦੇ ਨਾਲ ਦੇ ਬ੍ਰਾਹਮਣਾਂ ਨੇ ਬੜੀ ਉਪਮਾ ਕੀਤੀ ਹੈ ਵੀ ਇਹ ਕਰਾਮਾਤੀ ਬ੍ਰਾਹਮਣ ਹੈ। ਇਹਦੇ ਕੋਲ ਕਈ ਮੰਤਰ ਨੇ, ਕਈ ਇਸਨੇ ਜੱਗ ਕੀਤੇ ਨੇ, ਕਈ ਜੱਗ ਕਰਵਾਏ ਨੇ, ਕਈ ਮੰਤਰ ਸਿੱਧ ਕੀਤੇ ਨੇ। ਐਸੀ ਇਸ ਦੀ ਉਪਮਾ ਜਿਹੜੀ ਹੈ ਇਹਦੇ ਸਾਥੀਆਂ ਨੇ ਕੀਤੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਪਰਖ ਕਰਨ ਵਾਸਤੇ ਅਤੇ ਸੰਸਾਰ ਦੇ ਲੋਕਾਂ ਨੂੰ ਵਿਖਾਉਣ ਵਾਸਤੇ ਕਿ ਧਰਮ ਦੇ ਨਾਂ 'ਤੇ ਕਿਵੇਂ ਲੁੱਟਿਆ ਜਾ ਸਕਦਾ, ਇੱਕ ਕੌਤਕ ਵਰਤਾਉਣ ਲੱਗੇ ਮਹਾਰਾਜ। ਕੌਤਕ ਇਹ ਵਰਤਾਉਂਦੇ ਪਏ ਨੇ, ਇਸ ਬ੍ਰਾਹਮਣ ਨੂੰ ਆਖਿਆ ਗਿਆ ਹੈ ਕਿ ਕੀ ਤੂੰ ਮੰਤਰਾਂ ਦੇ ਬਲ ਦੇ ਨਾਲ ਸ਼ਕਤੀ ਪੈਦਾ ਕਰ ਸਕਦਾ ਹੈ, ਦੇਵੀ ਪ੍ਰਗਟ ਕਰ ਸਕਦਾ? ਲੋਭ ਦੇ ਵਿੱਚ ਗਰਸਿਆ ਹੋਇਆ ਇਹ ਬ੍ਰਾਹਮਣ ਹਾਂ ਕਰਦਾ ਪਿਆ। ਮਹਾਰਾਜ ਦੇ ਕੋਲੋਂ ਹੁਣ ਵਸਤੂਆਂ ਕਿਹੜੀਆਂ ਕਿਹੜੀਆਂ ਮੰਗਾਉਂਦਾ ਲਾਲਚ ਦੇ ਵਿੱਚ ਆ ਕੇ। ਤੇ ਸਤਿਗੁਰੂ ਕੀ ਕੌਤਕ ਵਰਤਾਉਣਗੇ ਅੱਗੇ ਆਪਾਂ ਇਤਿਹਾਸ ਵਿੱਚ ਆਓ ਸਰਵਨ ਕਰੀਏ, ਮਿਲ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪ੍ਰਾਪਤ ਹੋਇਓ ਆਨ ਕਰ, ਜੇ ਵਿਧਾਨ ਪ੍ਰਵੀਨ। ਸੋ ਕਹਿਣ ਲੱਗੇ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਿਰਾਜਮਾਨ ਨੇ, ਤੇ ਕਹਿਣ ਲੱਗੇ ਹੁਣ ਉਹ ਤਰੀਕਾ ਆ ਕੇ ਪ੍ਰਾਪਤ ਹੋਇਆ, ਉਹ ਸਮਾਂ ਜਿਹੜੇ ਸਮੇਂ ਕੌਤਕ ਕਰਨਾ, ਜਿਹੜਾ ਕੰਮ ਜਿਹੜੇ ਸਮੇਂ ਹੋਣਾ ਹੈ ਉਹ ਸਮਾਂ ਹੋਣਾ ਜ਼ਰੂਰੀ ਹੈ। ਸਮੇਂ ਦੇ ਮੁਤਾਬਕ ਜਾ ਕੇ ਕੰਮ ਸਿਰੇ ਚੜ੍ਹੇਗਾ। ਮਹਾਰਾਜ ਜਿਹੜਾ ਖੇਲ ਬਣਾਉਣਾ ਚਾਹੁੰਦੇ ਨੇ ਉਹ ਖੇਲ ਬਣਾਉਣ ਦਾ ਹੁਣ ਸਮਾਂ ਕਹਿੰਦੇ ਇਸ ਵੇਲੇ ਆ ਕੇ ਪ੍ਰਾਪਤ ਹੋਇਆ ਹੈ। ਕਰਹੁ ਬਿਦਤ ਸ੍ਰੀ ਚੰਡਕਾ, ਤੇਜ ਤੁਰ ਕਹਿਤ ਹੀਨ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬ੍ਰਾਹਮਣ ਦੀ ਤੁਹਾਡੇ ਕੋਲ ਸ਼ਕਤੀਆਂ ਨੇ, ਕਰਾਮਾਤਾਂ ਨੇ। ਉਹਨਾਂ ਕਰਾਮਾਤਾਂ ਦੇ ਨਾਲ, ਉਹਨਾਂ ਮੰਤਰਾਂ ਦੇ ਨਾਲ ਕਰੋ ਇੱਕ ਜੱਗ, ਤੇ ਜੱਗ ਕਰਕੇ ਕਰੋ ਦੇਵੀ ਪੈਦਾ, ਸ਼ਕਤੀ ਪੈਦਾ ਕਰੋ।
ਜਿਸ ਸ਼ਕਤੀ ਦੇ ਨਾਲ ਤੁਰਕਾਂ ਦਾ ਤੇਜ ਪ੍ਰਤਾਪ ਮੁਗਲਾਂ ਦਾ ਨੀਵਾਂ ਹੋ ਜਾਵੇ, ਘਟ ਜਾਵੇ। ਜਿਹੜੇ ਮੰਤਰਾਂ ਨੇ ਕਾਂਸ਼ੀ ਵਿੱਚ ਬੈਠੇ ਹੋਏ ਪੰਡਤਾਂ ਨੂੰ ਨਹੀਂ ਬਚਾਇਆ ਔਰੰਗਜ਼ੇਬ ਤੋਂ, ਤੇ ਉਹਨਾਂ ਨੂੰ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਰਨ ਵਿੱਚ ਆਉਣਾ ਪਿਆ। ਤੇ ਮਹਾਰਾਜ ਜੀਆਂ ਨੇ ਆਪਣਾ ਸੀਸ ਦਾ ਬਲੀਦਾਨ ਦੇ ਕੇ ਧਰਮ ਦੀ ਰਾਖੀ ਕੀਤੀ ਹੈ। ਅੱਜ ਉਹੀ ਪੰਡਤ ਆ ਕੇ ਕਹਿ ਰਿਹਾ ਕਿ ਮੇਰੇ ਕੋਲ ਬੜੇ ਮੰਤਰ ਨੇ, ਉਹਨਾਂ ਮੰਤਰਾਂ ਦੀ ਬੜੀ ਸ਼ਕਤੀ ਮੇਰੇ ਕੋਲ ਹੈ, ਮੈਂ ਦੇਵੀਆਂ ਦੇਵਤੇ ਪ੍ਰਗਟ ਕਰ ਦਿਆਂਗਾ। ਸਤਿਗੁਰੂ ਪਰਖ ਕਰਨ ਵਾਸਤੇ ਤੇ ਸਿੱਖਾਂ ਨੂੰ ਸਭ ਕੁਝ ਵਿਖਾਉਣ ਵਾਸਤੇ ਮਹਾਰਾਜ ਕਹਿਣ ਲੱਗੇ, ਕਰੋ ਫਿਰ ਪ੍ਰਗਟ, ਅਸੀਂ ਵੇਖੀਏ। ਗੁਰਮੁਖੋ, ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਘੇਰਾ ਪਿਆ, ਅਨੰਦਪੁਰ ਸਾਹਿਬ ਨੂੰ ਮੁਗਲਾਂ ਨੇ ਜਾਂ ਹੋਰਾਂ ਕਈਆਂ ਨੇ ਘੇਰਾ ਪਾਇਆ, ਤੇ ਬਾਅਦ ਵਿੱਚ ਇਹਨਾਂ ਨੇ ਸਹੁੰਆਂ ਲਿਖ ਲਿਖ ਕੇ ਭੇਜੀਆਂ, ਕਸਮਾਂ, ਵੀ ਸਾਨੂੰ ਅਸੀਂ ਕਸਮਾਂ ਖਾਂਦੇ ਆ ਮਹਾਰਾਜ ਵੀ ਛੱਡ ਦਿਓ ਇਸ ਕਿਲੇ ਨੂੰ, ਤੁਹਾਡੇ ਤੇ ਵਾਰ ਹਮਲਾ ਨਹੀਂ ਹੋਵੇਗਾ। ਆਪੋ ਆਪਣੇ ਧਰਮ ਦੀ ਕਸਮ ਖਾਧੀ ਹੈ। ਸਤਿਗੁਰੂ ਤੇ ਜਾਣੀ ਜਾਣ, ਮਹਾਰਾਜ ਤੇ ਜਾਣਦੇ ਨੇ ਵੀ ਇਹਨਾਂ ਨੇ ਹਮਲਾ ਕਰ ਦੇਣਾ, ਪਰ ਸਿੱਖਾਂ ਨੂੰ ਵਿਖਾਉਣ ਵਾਸਤੇ ਇੱਕ ਮਹਾਰਾਜ ਨੇ ਨਿੱਕਾ ਜਿਹਾ ਕੌਤਕ ਰਚਿਆ। ਮਹਾਰਾਜ ਕਹਿਣ ਲੱਗੇ, ਸ਼ਹਿਰ ਦੇ ਵਿੱਚੋਂ ਖਚਰਾਂ ਖੋਤੇ ਵਗੈਰਾ ਇਕੱਠੇ ਕਰਕੇ ਵੱਡੇ ਵੱਡੇ ਬੋਰੇ ਲਿੱਦ ਦੇ, ਟੁੱਟੀਆਂ ਜੁੱਤੀਆਂ ਦੇ, ਕੁਝ ਹੱਡੀਆਂ ਦੇ ਭਰ ਕੇ ਉਹਨਾਂ ਖਚਰਾਂ ਖੋਤਿਆਂ ਦੇ ਉੱਪਰ ਲੱਦੇ ਗਏ। ਲੱਦ ਕੇ ਬੋਰੇ ਤੇ ਉਹਨਾਂ ਉੱਪਰ ਬੜਾ ਕੀਮਤੀ ਕੱਪੜਾ, ਚਮਕਦਾਰ ਕੱਪੜਾ ਉੱਪਰ ਦਿੱਤਾ ਗਿਆ ਢੱਕਣ ਵਾਸਤੇ। ਨਾਲ ਹੀ ਮਹਾਰਾਜ ਨੇ ਸੁਨੇਹਾ ਭੇਜਿਆ ਵੀ ਸਾਡਾ ਖਜ਼ਾਨਾ ਪਹਿਲਾਂ ਜਾਏਗਾ, ਫਿਰ ਅਸੀਂ ਜਾਵਾਂਗੇ। ਜੇ ਸਾਡੇ ਖਜ਼ਾਨੇ ਨੂੰ ਕੁਝ ਨਹੀਂ ਕਹੋਗੇ ਤੇ ਸਾਨੂੰ ਪਤਾ ਲੱਗੇਗਾ ਵੀ ਤੁਸੀਂ ਵਾਕਿਆ ਹੀ ਆਪਣੇ ਬਚਨ ਤੇ ਪੂਰੇ ਉਤਰਨ ਵਾਲੇ ਹੋ। ਇਹ ਸੁਨੇਹਾ ਭੇਜ ਕੇ ਤੇ ਉਹ ਖਚਰਾਂ ਤੇ ਖੋਤੇ ਅਨੰਦਪੁਰ ਸਾਹਿਬ ਤੋਂ ਤੋਰ ਦਿੱਤੇ। ਆਪ ਉੱਚੀ ਅਟਾਰੀ ਤੇ ਚੜ੍ਹ ਕੇ ਮਹਾਰਾਜ ਵੇਖਦੇ ਪਏ, ਸਿੱਖਾਂ ਨੂੰ ਆਵਾਜ਼ ਮਾਰ ਲਈ, ਆਓ ਭਾਈ ਤੁਹਾਨੂੰ ਵਿਖਾਈਏ ਕੌਤਕ ਕੀ ਵਾਪਰਨ ਲੱਗਾ। ਗੁਰਮੁਖੋ, ਜਦੋਂ ਖਚਰਾਂ ਤੇ ਘੋੜੇ ਚੱਲਦਿਆਂ ਚੱਲਦਿਆਂ ਖੋਤੇ ਜਿੱਥੇ ਇਹਨਾਂ ਦੀਆਂ ਫੌਜਾਂ ਦੀਆਂ ਟੁਕੜੀਆਂ ਬੈਠੀਆਂ ਉੱਥੋਂ ਦੀ ਲੰਘਣ ਲੱਗੇ, ਤੇ ਸਾਰਿਆਂ ਨੇ ਉਹ ਖਚਰਾਂ ਕੁੱਟ ਮਾਰ ਕੇ ਫੜ ਕੇ ਆਪੋ ਆਪਣੇ ਤੰਬੂਆਂ ਦੇ ਅੰਦਰ ਲੈ ਗਏ। ਬੜੇ ਖੁਸ਼ ਨੇ, ਅੱਜ ਮਹਾਰਾਜ ਦਾ ਖਜ਼ਾਨਾ ਸਾਡੇ ਹੱਥੀਂ ਲੱਗਾ। ਅਜੇ ਬੋਰੀਆਂ ਖੋਲੀਆਂ ਨਹੀਂ, ਪਹਿਲਾਂ ਹੀ ਕਹਿੰਦੇ ਪਏ ਇੰਨੀ ਦੌਲਤ ਹੈ, ਮੇਰੇ ਪੁੱਤ ਪੋਤਰੇ ਰੱਜ ਰੱਜ ਕੇ ਸਾਰੀ ਉਮਰ ਖਾਣਗੇ, ਦੌਲਤ ਮੁੱਕਣੀ ਨਹੀਂ। ਕੋਈ ਆਖਦਾ ਮੈਂ ਆਪਣੇ ਪੁੱਤਰ ਵਾਸਤੇ ਇਹ ਚੀਜ਼ ਲੈ ਕੇ ਜਾਵਾਂਗਾ, ਕੋਈ ਆਖਦਾ ਮੈਂ ਪੋਤਰੇ ਵਾਸਤੇ ਇਹ ਲੈ ਕੇ ਜਾਵਾਂਗਾ। ਜਦੋਂ ਬੋਰੀਆਂ ਖੋਲੀਆਂ ਦੇ ਵਿੱਚੋਂ ਹੱਡ ਤੇ ਟੁੱਟੀਆਂ ਜੁੱਤੀਆਂ ਤੇ ਘੋੜਿਆਂ ਦੀ ਲਿੱਦ ਨਿਕਲੀ, ਫਿਰ ਸ਼ਰਮਸਾਰ ਹੋ ਗਏ। ਹੁਣ ਮਹਾਰਾਜ ਤੇ ਜਾਣਦੇ ਨੇ, ਪਰ ਸਿੱਖਾਂ ਨੂੰ ਵਿਖਾਉਣ ਵਾਸਤੇ ਕੌਤਕ ਰਚਿਆ ਵੀ ਆਹ ਵੇਖੋ, ਇਹ ਭਾਵੇਂ ਕੁਰਾਨ ਸ਼ਰੀਫ ਦੀ ਤੇ ਭਾਵੇਂ ਗਊ ਦੀ ਸਹੁੰ ਖਾਧੀ ਹੈ, ਪਰ ਇਹਨਾਂ ਨੇ ਤੁਹਾਡੇ ਤੇ ਹਮਲਾ ਕਰਨਾ ਹੈ। ਇੱਕ ਮਹਾਰਾਜ ਦਾ ਤਰੀਕਾ ਸੀ ਉਹਨਾਂ ਦੇ ਝੂਠ ਨੂੰ ਸਾਹਮਣੇ ਲਿਆਉਣ ਦਾ। ਹੁਣ ਮਹਾਰਾਜ ਨੂੰ ਇੱਥੇ ਪਤਾ ਹੈ ਵੀ ਦੇਵੀ ਤੇ ਪ੍ਰਗਟ ਹੋਣੀ ਕੋਈ ਨਹੀਂ, ਪਰ ਇਹਦੀ ਗੱਲ ਸਾਹਮਣੇ ਲੈ ਕੇ ਆਉਣੀ ਸੰਗਤ ਦੇ ਸਾਰਿਆਂ ਦੇ, ਤਾਂ ਇਹ ਕੌਤਕ ਰਚਦੇ ਪਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਵੀ ਇਹ ਉਪਾਅ ਕਰਨਾ ਕਰੋ। ਸ਼੍ਰੀ ਕਲਗੀਧਰ ਕੇ ਬਚਨ ਸੁਣ ਕਰ ਸਭ ਦੇ ਜਰਾਏ। ਕਲਗੀਧਰ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਦੋਂ ਬਚਨ ਸੁਣੇ ਨਾ ਇਸ ਬ੍ਰਾਹਮਣ ਨੇ, ਜਿਹਦਾ ਨਾਮ ਕੇਸੋਦਾਸ ਹੈ, ਕੇਤਕ ਸਮੇਂ ਵਿਚਾਰ ਕਰ ਬੋਲਣ ਚਾਹੇ ਉਠਾਏ। ਇਸ ਨੇ ਵੇਖਿਆ ਵੀ ਹੁਣ ਸਮਾਂ ਹੈ, ਹੁਣ ਲੋਹਾ ਗਰਮ ਹੈ ਤੇ ਸੱਟ ਮਾਰਨੀ ਚਾਹੀਦੀ ਹੈ। ਬ੍ਰਾਹਮਣ ਸਮਾਂ ਤਾੜ ਗਿਆ ਵੀ ਮਹਾਰਾਜ ਆਪ ਕਹਿ ਰਹੇ ਨੇ ਵੀ ਮੰਤਰ ਪੜ੍ਹੋ ਤੇ ਸ਼ਕਤੀ ਪੈਦਾ ਕਰੋ। ਜਦੋਂ ਇਹ ਆਪ ਕਹਿ ਰਹੇ ਨੇ, ਹੁਣ ਮੈਂ ਜਿਹੜੀ ਗੱਲ ਇਹਨਾਂ ਨੂੰ ਕਵਾਂਗਾ, ਜਿਹੜਾ ਕੰਮ ਇਹਨਾਂ ਨੂੰ ਕਵਾਂਗਾ, ਮੈਨੂੰ ਨਾ ਨਹੀਂ ਕਰਨਗੇ, ਉਸੇ ਵੇਲੇ ਹਾਂ ਹੀ ਕਰਨਗੇ। ਚੰਗਾ ਸਮਾਂ ਤਾੜ ਕੇ ਵੇਖ ਕੇ ਆਪਣੀ ਮਰਜ਼ੀ ਦਾ ਸਮਾਂ ਵੀ ਹੁਣ ਮੈਂ ਲੁੱਟ ਸਕਦਾ ਹਾਂ, ਉਸ ਵੇਲੇ ਕਹਿਣ ਲੱਗਾ ਹੈ, ਦੁਹਰਾ ਸ੍ਰੀ ਸਤਿਗੁਰ ਮਹਾਰਾਜ ਪ੍ਰਭ ਸੁਨੀਆਂ ਹੇਤ ਜਿਤੇਕ। ਕਹਿਣ ਲੱਗਾ ਮਹਾਰਾਜ ਵੀ ਫਿਰ ਮੇਰੀ ਬੇਨਤੀ ਸੁਣੋ। ਜੇ ਤੁਸੀਂ ਜੱਗ ਕਰਵਾਉਣਾ ਚਾਹੁੰਦੇ ਹੋ, ਦੇਵੀ ਪ੍ਰਗਟ ਕਰਨੀ ਚਾਹੁੰਦੇ ਹੋ, ਸ਼ਕਤੀ ਲੈਣਾ ਚਾਹੁੰਦੇ ਹੋ, ਫਿਰ ਮੇਰੀ ਇੱਕ ਬੇਨਤੀ ਹੈ। ਪਹਿਲਾਂ ਉਸ ਬੇਨਤੀ ਨੂੰ ਮਹਾਰਾਜ ਸੁਣਨਾ ਕਰੋ। ਹਮਨ ਕਰਨ ਅਰਬਲੀ ਮੈਂ ਸੰਚੈ ਬਨੇ ਤਿਤੇਕ। ਤੇ ਇਹ ਜਿਹੜਾ ਹਮਨ ਕਰਨਾ ਹੈ, ਇਹਦੇ ਵਾਸਤੇ ਬਲੀਆਂ ਵੀ ਦੇਣੀਆਂ ਪੈਣਗੀਆਂ, ਇਹਦੇ ਵਾਸਤੇ ਸਾਰਾ ਕੁਝ ਇਕੱਠਾ ਕਰਨਾ ਪਵੇਗਾ।
ਅਮਨ ਸੌਖਾ ਨਹੀਂ ਹੋ ਜਾਂਦਾ, ਜੱਗ ਸੌਖਾ ਨਹੀਂ ਹੁੰਦਾ, ਜੱਗ ਰਾਜੇ ਮਹਾਰਾਜੇ ਕਰਦੇ। ਜੱਗ ਤੇ ਬੜਾ ਭਾਰੀ ਡਾਢਾ ਖਰਚਾ ਆਉਂਦਾ। ਕਹਿਣ ਲੱਗਾ ਮਹਾਰਾਜ ਵੀ ਜੱਗ ਕੋਈ ਨਿੱਕਾ ਮੋਟੀ ਥੋੜੀ ਗੱਲ ਹੈ, ਇਹਦੇ ਵਾਸਤੇ ਬੜਾ ਕੁਝ ਚਾਹੀਦਾ, ਬੜੀਆਂ ਬਲੀਆਂ ਦੇਣੀਆਂ ਪੈਣਗੀਆਂ, ਬੜੇ ਮੰਤਰ ਪੜ੍ਹਨੇ ਪੈਣਗੇ, ਮੈਨੂੰ ਬੜਾ ਕੁਝ ਕਰਨਾ ਪੈਣਾ, ਫਿਰ ਜਾ ਕੇ ਸਮੱਗਰੀ ਵੀ ਚਾਹੀਦੀ ਹੈ, ਸਾਰੀ ਸਮੱਗਰੀ ਇਕੱਠੀ ਹੋਵੇਗੀ ਤੇ ਤਾਂ ਜਾ ਕੇ ਜੱਗ ਹੋਣਾ ਹੈ। ਚੌਪਈ ਪ੍ਰਥਮੈ ਘਨੋ ਦਰਬ ਹੀ ਚਾਹੀਏ। ਹੁਣ ਇਸਨੇ ਵੇਖ ਲਿਆ ਵੀ ਮਹਾਰਾਜ ਜੱਗ ਕਰਾਉਣਗੇ ਜ਼ਰੂਰ, ਪਰ ਮਹਾਰਾਜ ਇਹ ਸਭ ਕੁਝ ਸਿੱਖਾਂ ਨੂੰ ਵਿਖਾਉਣ ਵਾਸਤੇ ਕਰਦੇ ਪਏ, ਆਪ ਨੂੰ ਉਹਨਾਂ ਨੂੰ ਕੋਈ ਲੋੜ ਨਹੀਂ ਹੈ। ਮੈਂ ਨਾ ਅਗਨਿਸੈ ਪ੍ਰਥਮ ਨਾਉ ਕਿਸਨ ਬਿਸਨ, ਕਬਹੁ ਨ ਧਿਆਉ ਤੁਮਹਿ ਛਾੜ ਕੋਈ ਅਵਰ ਨ ਧਿਆਉ, ਜੋ ਬਰ ਚਾਹੋ ਸੋ ਤੁਮ ਤੇ ਇਹ ਪਾਉ। ਮਹਾਰਾਜ ਦੇ ਆਪਣੇ ਬਚਨ ਨੇ, ਲੋੜ ਉਹਨਾਂ ਨੂੰ ਕੋਈ ਨਹੀਂ ਹੈ, ਕੇਵਲ ਵਿਖਾਉਣ ਵਾਸਤੇ ਇਹ ਕੌਤਕ ਰਚਦੇ ਪਏ। ਤੇ ਇਹ ਕਹਿ ਰਿਹਾ ਬ੍ਰਾਹਮਣ, ਕਹਿਣ ਲੱਗਾ ਮਹਾਰਾਜ ਪਹਿਲੀ ਤੇ ਗੱਲ ਆ ਵੀ ਮਾਇਆ ਬਹੁਤ ਚਾਹੀਦੀ ਹੈ, ਬੜਾ ਖੁੱਲਾ ਪੈਸਾ ਚਾਹੀਦਾ ਤਾਂ ਇਹ ਕੰਮ ਹੋ ਸਕਦਾ। ਪਹਿਲੀ ਸ਼ਰਤ ਇਸਨੇ ਇਹ ਰੱਖੀ ਹੈ ਜਿਸ ਤੇ ਸਭ ਕਾਰਜ ਨਿਰਬਹੀ ਹੈ। ਕਿਉਂਕਿ ਮਾਇਆ ਦੇ ਨਾਲ ਹੀ ਸਾਰੇ ਕੰਮ ਬੰਨੇ ਨੇ, ਭਾਵੇਂ ਧਾਰਮਿਕ ਕੰਮ ਕੋਈ ਕਰਨਾ ਹੈ ਤੇ ਭਾਵੇਂ ਕੋਈ ਦੂਜਾ ਕੰਮ ਕਰਨਾ, ਕੰਮ ਸਾਰੇ ਪੈਸੇ ਨਾਲ ਹੀ ਹੋਣੇ ਨੇ। ਪੈਸੇ ਨਾਲ ਹੀ ਜੱਗ ਹੋਵੇਗਾ, ਪੈਸੇ ਨਾਲ ਹੀ ਬਲੀ ਦਿੱਤੀ ਜਾਏਗੀ, ਪੈਸੇ ਨਾਲ ਹੀ ਸਮੱਗਰੀ ਆਵੇਗੀ, ਪੈਸੇ ਹੀ ਪੰਡਤ ਨੂੰ ਦੇਣੇ ਪੈਣਗੇ। ਮਹਾਰਾਜ ਇਹਦੇ ਵਾਸਤੇ ਮੋਟੀ ਮਾਇਆ ਖਰਚਣੀ, ਉਹ ਪਹਿਲਾਂ ਜ਼ਰੂਰੀ ਹੈ। ਲੱਖ ਆਹੁਤੀ ਦੇਵੈ ਹੇਤ, ਅਤੇ ਉਹਦੇ ਨਾਲ ਫਿਰ ਮੈਂ ਲੱਖਾਂ ਆਹੂਤੀਆਂ ਦੇਵਾਂਗਾ। ਇੱਕ ਆਹੂਤੀ ਨਾਲ ਗੱਲ ਨਹੀਂ ਬੰਨੀ ਵੀ ਇੱਕ ਵਾਰੀ ਮੰਤਰ ਪੜਿਆ ਤੇ ਕੜਛੀ ਘਿਓ ਦੀ ਪਾਈ ਤੇ ਗੱਲ ਖਤਮ ਹੋ ਗਈ, ਨਹੀਂ, ਲੱਖਾਂ ਆਹੂਤੀਆਂ ਦੇਣੀਆਂ ਪੈਣਗੀਆਂ ਤੇ ਫਿਰ ਜਾ ਕੇ ਮੰਤਰ ਸਿੱਧ ਹੋਣੇ ਹਨ। ਮੋਲ ਸਮਗਰੀ ਲੈ ਧਨ ਦੇਤ, ਅਤੇ ਇਸੇ ਤਰ੍ਹਾਂ ਸਮੱਗਰੀ ਦਾ ਮੁੱਲ ਦੇ ਕੇ ਤੇ ਸਮੱਗਰੀ ਪਹਿਲਾਂ ਖਰੀਦਣੀ ਪੈਣੀ ਹੈ। ਪਹਿਲਾਂ ਤੇ ਸਮੱਗਰੀ ਵਾਸਤੇ ਮਾਇਆ ਚਾਹੀਦੀ ਹੈ ਤੇ ਉਹ ਸਮੱਗਰੀ ਮਾਇਆ ਦੇ ਕੇ ਸਮੱਗਰੀ ਲਵਾਂਗੇ। ਲੱਖੋ ਕੀ ਗਿਣਤੀ ਤਬ ਹੋਏ, ਅਤੇ ਲੱਖਾਂ ਦੀ ਗਿਣਤੀ ਮਹਾਰਾਜ ਮੈਂ ਪਹਿਲਾਂ ਦੱਸ ਦੇਵਾਂ, ਕੱਲ ਨੂੰ ਇਹ ਨਾ ਆਖਿਓ ਵੀ ਨਹੀਂ ਬਸ ਜਿੰਨੇ ਪੈਸੇ ਲੱਗ ਗਏ ਤੇ ਅੱਗੇ ਬਸ ਕਰ ਜੋ, ਨਹੀਂ, ਮੈਂ ਗੱਲ ਪਹਿਲਾਂ ਹੀ ਖੋਲ ਦੇਵਾਂ ਵੀ ਇਹਦੇ ਉੱਪਰ ਲੱਖਾਂ ਧਨ ਖਰਚਿਆ ਜਾਣਾ, ਲੱਖਾਂ ਦੀ ਸਮੱਗਰੀ ਲੱਗਣੀ ਹੈ ਤੇ ਲੱਖਾਂ ਹੀ ਮੇਰੀ ਫੀਸ ਲੱਗਣੀ ਹੈ, ਕਿ ਤਾਂ ਇਹ ਜੱਗ ਹੋ ਸਕਦਾ ਹੈ। ਸਦ ਹੈ ਹਜ਼ਾਰਨ ਤੇ ਨ ਸੋਏ, ਅਤੇ ਹਜ਼ਾਰਾਂ ਰੁਪਈਆ ਜਿਹੜਾ ਹੈ ਨਾ ਇਸ ਕਾਰਜ ਵਾਸਤੇ ਉਹ ਨਹੀਂ ਹੋਵੇਗਾ। ਤੁਸੀਂ ਇਹ ਨਾ ਕਹੋ ਵੀ 80,000 ਲੈ ਲਾ, 70,000 ਲੈ ਲਾ, 90,000 ਲੈ ਲਾ, ਨਹੀਂ ਮਹਾਰਾਜ ਇੱਥੇ ਮਾਇਆ ਹਜ਼ਾਰਾਂ ਨਾਲ ਨਹੀਂ, ਮਾਇਆ ਲੱਖਾਂ ਦੇ ਨਾਲ ਲੱਗਣੀ ਹੈ। ਉਹਨਾਂ ਸਮਿਆਂ ਵਿੱਚ ਹੋ ਸਕਦਾ ਲੱਖ ਨਾਮ ਵੀ ਕਿਸੇ ਨੇ ਨਾ ਸੁਣਿਆ ਹੋਵੇ, ਐਡੀ ਵੱਡੀ ਰਕਮ ਹੈ, ਲੱਖ ਕਹਿ ਦੇਣਾ। ਇਹ ਬ੍ਰਾਹਮਣ ਮਹਾਰਾਜ ਨੂੰ ਆਪਣੇ ਅਨੁਕੂਲ ਵੇਖ ਕੇ ਵੀ ਮਹਾਰਾਜ ਹੁਣ ਜੱਗ ਕਰਾਉਣਗੇ ਤੇ ਮੈਂ ਜੋ ਕੁਝ ਕਰ ਸਕਦਾ ਕਰ ਲਵਾਂ, ਮਹਾਰਾਜ ਮੈਂ ਪਹਿਲਾਂ ਇਹ ਦੱਸ ਦੇਵਾਂ ਕਿ ਪੈਸਾ ਜਿਹੜਾ ਲੱਖਾਂ ਵਿੱਚ ਲੱਗਣਾ ਹੈ। ਹੁਣ ਛਤਰੀ ਸ਼ੁੱਧ ਸਭ ਜਾਨੋ, ਅਤੇ ਫਿਰ ਇਸੇ ਤਰ੍ਹਾਂ ਕਹਿਣ ਲੱਗੇ ਵੀ ਇਹ ਜਿਹੜਾ ਕਾਰਜ ਹੈ ਪਵਿੱਤਰ ਕਾਰਜ ਤਾਂ ਹੋਵੇਗਾ, ਇਹ ਜਾਣ ਲੈਣਾ ਕਰੋ। ਨਿਰਭੈ ਆਦ ਗੁਣ ਮੈਂ ਜਿਸ ਮਨੋ, ਅਤੇ ਜਿਸ ਦੇ ਵਿੱਚ ਨਿਰਭੈਤਾ ਵਾਲੇ ਗੁਣ ਹੋਣ, ਐਸੇ ਗੁਣ ਵਾਲਾ ਖੱਤਰੀ ਚਾਹੀਦਾ, ਨੇਮ ਕਰਨ ਵਾਲਾ ਚਾਹੀਦਾ ਹੈ। ਜਬ ਤੇ ਹਵਨ ਕਰਨ ਲਗ ਪਰੈ, ਜਬ ਤੇ ਹਵਨ ਕਰਨ ਲਗ ਪਰੈ, ਜਦੋਂ ਤੋਂ ਅਸੀਂ ਹਮਨ ਕਰਨ ਲੱਗ ਪਵਾਂਗੇ, ਭਾਵ ਕਿ ਜਗ ਕਰਨ ਲੱਗ ਪਵਾਂਗੇ, ਤਬ ਤੇ ਨੇਮ ਬਿਖਮ ਸਭ ਧਰੈ। ਇਹ ਸਾਰੇ ਜਿਹੜੇ ਨੇਮ ਨੇ ਧਾਰਨ ਕਰਨੇ ਪੈਣਗੇ। ਜਦੋਂ ਤੋਂ ਜਗ ਸ਼ੁਰੂ ਹੋ ਗਿਆ, ਜਿੰਨਾ ਚਿਰ ਜਗ ਸੰਪੂਰਨ ਨਹੀਂ ਹੁੰਦਾ, ਜਿਹੜੇ ਜਿਹੜੇ ਨੇਮ ਮੈਂ ਦੱਸਾਂਗਾ, ਆਹ ਕੰਮ ਕਰਨਾ, ਆਹ ਕੰਮ ਕਰਨਾ, ਉਸੇ ਤਰ੍ਹਾਂ ਕਰਨਾ ਪੈਣਾ। ਇਹ ਨਹੀਂ ਵੀ ਇੱਕ ਦਿਨ ਨੇਮ ਕਰ ਲਿਆ, ਦੂਜੇ ਦਿਨ ਆਖੇ ਵੀ ਮੇਰੇ ਤੋਂ ਨਹੀਂ ਕੰਮ ਹੁੰਦਾ, ਮੈਂ ਤੇ ਉੱਠ ਕੇ ਚੱਲਿਆ, ਨਹੀਂ, ਜਿਹੜਾ ਬੰਦਾ ਮੈਂ ਕੋਲ ਬਿਠਾਵਾਂਗਾ, ਜਿੰਨਾ ਚਿਰ ਜੱਗ ਚੱਲੇਗਾ ਉਹ ਕੋਲ ਹੀ ਬੈਠੇਗਾ, ਜਿਵੇਂ ਮੈਂ ਕਵਾਂਗਾ ਉਵੇਂ ਉਹਨੂੰ ਕਰਨਾ ਪਏਗਾ। ਜਿਸ ਤਰੀਕੇ ਦੇ ਨਾਲ ਮੈਂ ਦੱਸਾਂਗਾ ਵੀ ਇਸ਼ਨਾਨ ਕਿਵੇਂ ਕਰਨਾ, ਜਿਸ ਤਰੀਕੇ ਨਾਲ ਮੈਂ ਦੱਸਾਂਗਾ ਖੜੇ ਕਿਵੇਂ ਹੋਣਾ, ਲੰਮੇ ਕਿਵੇਂ ਪੈਣਾ, ਬੈਠਣਾ ਕਿਵੇਂ ਆ, ਆਉਣਾ ਕਿਵੇਂ ਆ, ਜਾਣਾ ਕਿਵੇਂ ਆ, ਰੋਟੀ ਵਿੱਚ ਕੀ ਕੀ ਖਾਣਾ ਹੈ, ਕਦੋਂ ਖਾਣੀ ਹੈ, ਇਹ ਸਭ ਕੁਝ ਮੈਂ ਦੱਸਾਂਗਾ। ਜਿਵੇਂ ਮੈਂ ਦੱਸਾਂਗਾ ਉਵੇਂ ਕਰਨਾ ਪਵੇਗਾ। ਇੱਕ ਦਿਨ ਦੀ ਕਿਰਿਆ ਨਹੀਂ ਹੋਵੇਗੀ, ਪਤਾ ਨਹੀਂ ਕਿੰਨੇ ਦਿਨ ਲੱਗ ਜਾਣ, ਮਹੀਨੇ ਵੀ ਲੱਗ ਸਕਦੇ, ਇਹ ਸਭ ਕੁਝ ਕਰਨਾ ਪਵੇਗਾ। ਬ੍ਰਹਮਚਰਜ ਤੇ ਆਦਿਕ ਜੇ, ਅਤੇ ਜਿਹੜਾ ਮੇਰੇ ਕੋਲ ਛਤਰੀ ਬੈਠੇਗਾ ਨਾ, ਉਹਨੂੰ ਬ੍ਰਹਮਚਰਜ ਵੀ ਧਾਰਨ ਕਰਨਾ ਪਵੇਗਾ। ਇਹ ਵੀ ਇੱਕ ਬੰਦਿਸ਼ ਹੋਵੇਗੀ ਵੀ ਉਹ ਆਪਣੇ ਪਰਿਵਾਰ ਵਿੱਚ ਨਹੀਂ ਜਾ ਸਕਦਾ। ਜੇ ਪਰਿਵਾਰ ਵਾਲਾ ਹੈ ਵੀ ਤੇ ਪਰਿਵਾਰ ਨੂੰ ਮਿਲ ਨਹੀਂ ਸਕਦਾ, ਮੇਰੇ ਕੋਲ ਹੀ ਰਹੇਗਾ।
ਇਹ ਵੀ ਇੱਕ ਨਿਯਮ ਧਾਰਨ ਕਰਨਾ ਪੈਣਾ। ਜੱਗ ਐਵੇਂ ਨਹੀਂ ਹੋਣਾ, ਬ੍ਰਹਮਚਰਜ ਰੱਖਣਾ ਪਵੇਗਾ, ਮੇਰੇ ਕੋਲ ਰਹਿਣਾ ਪੈਣਾ ਹੈ। ਮਨ ਦ੍ਰਿੜ ਰਾਖ ਨਾ ਡੋਲਣ ਦੇਈ। ਤੇ ਫਿਰ ਮਨ ਵੀ ਉਹਨੂੰ ਆਪਣਾ ਦ੍ਰਿੜ ਰੱਖਣਾ ਪਵੇਗਾ। ਇਹ ਨਹੀਂ ਵੀ ਬੈਠਾ ਮੇਰੇ ਕੋਲ ਹੋਵੇ ਤੇ ਮਨ ਉਹਦਾ ਕਿਤੇ ਹੋ ਤੁਰਿਆ ਫਿਰੇ, ਇਹੋ ਜਿਹਾ ਬੰਦਾ ਵੀ ਨਹੀਂ ਚਾਹੀਦਾ। ਮੰਨ ਲਓ ਕੋਈ ਪਰਿਵਾਰ ਵਾਲਾ ਗ੍ਰਸਤੀ ਖੱਤਰੀ ਮੈਂ ਕੋਲ ਬਿਠਾ ਲਵਾਂ ਵੀ ਤੂੰ ਮੇਰੀ ਜੱਗ ਦੇ ਵਿੱਚ ਜਿਵੇਂ ਜਿਵੇਂ ਕਵੇਂਗਾ ਸਹਾਇਤਾ ਕਰਨੀ ਹੈ। ਉਹ ਗ੍ਰਸਤੀ ਹੋਵੇ, ਪਰਿਵਾਰ ਵਾਲਾ ਹੋਵੇ, ਉਹਦਾ ਜੀ ਕਰੇ ਘਰ ਜਾਣ ਨੂੰ, ਮੈਂ ਆਖਾਂ ਇੱਥੇ ਬੈਠ, ਉਹ ਮੇਰੇ ਕਰਕੇ ਬੈਠਾ ਤੇ ਰਵੇ ਪਰ ਮਨ ਉਹਦਾ ਉੱਥੇ ਲੱਗੇ ਹੀ ਨਾ, ਮਨ ਉਹਦਾ ਘਰ ਨੂੰ ਤੁਰਿਆ ਜਾਵੇ, ਗੱਲ ਫਿਰ ਵੀ ਨਹੀਂ ਜੇ ਬਣਨੀ। ਇਹੋ ਜਿਹਾ ਬੰਦਾ ਹੋਵੇ ਜਿਹਦਾ ਮਨ ਵੀ ਟਿਕੇ ਜੱਗ ਦੇ ਵਿੱਚ, ਮਨ ਕਰਕੇ ਵੀ ਰਵੇ, ਇਸ ਤਰ੍ਹਾਂ ਦਾ ਵਿਅਕਤੀ ਹੋਣਾ ਚਾਹੀਦਾ ਹੈ। ਸਰਬ ਰਖੀਕ ਜੀਤ ਕਰ ਰਹਿ। ਅਤੇ ਸਾਰੀਆਂ ਰਿਖੀਆਂ ਉਸਨੇ ਇੰਦਰੀਆਂ ਜਿੱਤੀਆਂ ਹੋਣ, ਅੱਖਾਂ ਉਹਦੇ ਕਹਿਣੇ ਵਿੱਚ ਹੋਣ, ਕੰਨ ਉਹਦੇ ਕਹਿਣੇ ਵਿੱਚ ਹੋਣ, ਲੱਤਾਂ ਪੈਰ ਉਹਦੇ ਕਹਿਣੇ ਵਿੱਚ ਹੋਣ। ਇੰਦਰੀਆਂ ਨੂੰ ਜਿੱਤਣ ਵਾਲਾ ਇੰਦਰਜੀਤ ਹੋਵੇ, ਜਿਹਨੇ ਇੰਦਰੀਆਂ ਸਰੀਰ ਦੇ ਅੰਗ ਜਿੱਤ ਲਏ ਹੋਣ, ਆਪਣੀ ਮਰਜ਼ੀ ਦੇ ਨਾਲ ਅੰਗਾਂ ਨੂੰ ਚਲਾਉਣ ਵਾਲਾ ਹੋਵੇ, ਐਸਾ ਵਿਅਕਤੀ ਚਾਹੀਦਾ ਹੈ। ਸੁਨੈ ਨਾ ਬਹੁ ਕਿਛ ਮੁਖ ਨਾ ਕਹੈ। ਅਤੇ ਨਾ ਹੀ ਉਹ ਕਿਸੇ ਦੀ ਗੱਲ ਸੁਣੇ ਜਿੰਨਾ ਚਿਰ ਜੱਗ ਹੋਣਾ, ਤੇ ਨਾ ਹੀ ਮੂੰਹੋਂ ਬੋਲ ਕੇ ਕਿਸੇ ਨੂੰ ਦੱਸੇ। ਇਹ ਮੇਰੀਆਂ ਸ਼ਰਤਾਂ ਨੇ ਮਹਾਰਾਜ, ਇਹ ਸ਼ਰਤਾਂ ਨੋਟ ਕਰ ਲਵੋ। ਜਾਂ ਕਹਿ ਲਈਏ ਇਹ ਅਪਰੰਪਰਾ ਹੈ, ਇਹ ਮਰਿਆਦਾ ਹੈ, ਇਸ ਮਰਿਆਦਾ ਨੂੰ ਪੂਰਾ ਰੱਖਣਾ ਹੈ। ਨਾ ਬੋਲਣਾ ਹੈ ਤੇ ਨਾ ਸੁਣਨਾ, ਇਹ ਮਰਿਆਦਾ ਵੀ ਰੱਖਣੀ ਪੈਣੀ ਹੈ। ਸੰਜਮ ਹੈ ਤਨ ਮਨ ਕੋ ਰੱਖੈ। ਆਪਣੇ ਤਨ ਨੂੰ ਤੇ ਮਨ ਨੂੰ ਸੰਜਮ ਦੇ ਵਿੱਚ ਰੱਖੇ, ਭਾਵ ਕਿ ਕੰਟਰੋਲ ਦੇ ਵਿੱਚ ਰੱਖੇ। ਤਨ ਵੀ ਉਹਦਾ ਜਿਹੜਾ ਹੈ ਉਹ ਮਰਿਆਦਾ ਵਿੱਚ ਰਵੇ ਤੇ ਮਨ ਵੀ ਮਰਿਆਦਾ ਵਿੱਚ ਰਵੇ। ਇਹੋ ਜਿਹਾ ਸੰਜਮ ਵਾਲਾ ਖੱਤਰੀ ਇੱਕ ਪੁਰਸ਼ ਚਾਹੀਦਾ ਹੈ। ਇੱਕ ਅਰਾਧਨ ਮੈਂ ਅਭਿਲਾਖੈ। ਇਕੱਲਾ ਇੱਕ ਪ੍ਰਮਾਤਮਾ ਨੂੰ ਅਰਾਧਨ ਵਿੱਚ ਉਹਦੀ ਇੱਛਾ ਹੋਵੇ, ਪ੍ਰਮਾਤਮਾ ਨੂੰ ਅਰਾਧਨ ਵਾਲਾ ਹੋਵੇ। ਅਬ ਕਲਯੁਗ ਕੋ ਕਾਲ ਕਰਲਾ। ਹੁਣ ਕਲਯੁਗ ਦੇ ਵਿੱਚ ਇਹ ਬੜਾ ਭਿਆਨਕ ਸਮਾਂ। ਮਹਾਰਾਜ ਸ਼ਰਤਾਂ ਮੈਂ ਦਸੀਆਂ ਨੇ ਪਰ ਇਹ ਸ਼ਰਤਾਂ ਪੂਰੀਆਂ ਹੁੰਦੀਆਂ ਨਹੀਂ। ਕਲਯੁਗ ਦਾ ਸਮਾਂ ਹੈ, ਨਾ ਕੋਈ ਆਪਣੀਆਂ ਇੰਦਰੀਆਂ ਜਿੱਤ ਸਕਦਾ, ਨਾ ਕੋਈ ਆਪਣਾ ਮਨ ਜਿੱਤ ਸਕਦਾ, ਨਾ ਕੋਈ ਪਰਿਵਾਰ ਬਿਨਾਂ ਰਹਿ ਸਕਦਾ, ਨਾ ਹੀ ਕਿਸੇ ਕੋਲ ਇੰਨੀ ਮਾਇਆ ਹੈ, ਨਾ ਹੀ ਕਿਸੇ ਵਿੱਚ ਇੰਨੀ ਤਾਕਤ ਹੈ। ਕਲਯੁਗ ਦੇ ਸਮੇਂ ਵਿੱਚ ਐਸਾ ਵਿਅਕਤੀ ਲੱਭਦਾ ਨਹੀਂ ਹੈ। ਨਹਿ ਮਨ ਸੁਧ ਰਹਿ ਤਰਹਿ ਬਿਕਲ। ਭਾਵੇਂ ਬੰਦਾ ਕਿੰਨੇ ਵੀ ਯਤਨ ਕਰ ਲਵੇ, ਮਨ ਦੇ ਵਿੱਚ ਕੋਈ ਨਾ ਕੋਈ ਵਿਕਾਰ ਆ ਹੀ ਜਾਂਦਾ। ਕੋਈ ਵੀ ਬੰਦਾ ਮਨ ਜੀਤ ਨਹੀਂ ਹੈ। ਮਨ ਕਿਸੇ ਨੇ ਵੀ ਨਹੀਂ ਜਿੱਤਿਆ ਹੋਇਆ। ਮਨ ਜਿੱਤਣਾ ਬੜਾ ਔਖਾ ਹੈ। ਮਨ ਕੇ ਮਾਰੇ ਮਰ ਗਏ ਕਾਜੀ ਮੁੱਲਾ ਸੇਖ। ਵੱਡੇ ਵੱਡੇ ਧਰਮ ਦੇ ਪੈਰੋਕਾਰ ਜਿਨ੍ਹਾਂ ਨੇ ਸਾਰੀ ਉਮਰ ਧਰਮ ਨੂੰ ਕਮਾਉਂਦਿਆਂ ਲਾ ਦਿੱਤੀ ਹੈ, ਮਨ ਤੇ ਉਹਨਾਂ ਕੋਲੋਂ ਨਹੀਂ ਮਰਿਆ। ਇਹ ਕਹਿ ਰਿਹਾ ਪੰਡਤ, ਕਹਿਣ ਲੱਗਾ ਮਹਾਰਾਜ ਮਨ ਜਿਹੜਾ ਨਾ ਜਿੰਨਾ ਮਰਜ਼ੀ ਬੰਦਾ ਯਤਨ ਕਰ ਲਵੇ, ਦੁੱਧ ਨਾਲ ਨਹਾਉਂਦਾ ਰਵੇ, ਮੰਤਰ ਪੜ੍ਹਦਾ ਰਵੇ, ਪਰ ਮਨ ਜਿਹੜਾ ਕਦੇ ਵਿਕਾਰਾਂ ਤੋਂ ਰਹਿਤ ਨਹੀਂ ਹੁੰਦਾ। ਤੇ ਮਹਾਰਾਜ ਨੇ ਲਿਖਿਆ ਮਨ ਕੱਚੀ ਕੰਧ ਵਰਗਾ। ਕੱਚੀ ਕੰਧ ਦੇ ਉੱਪਰ ਜਿੰਨਾ ਮਰਜ਼ੀ ਪਾਣੀ ਪਾਈ ਜਾਓਗੇ, ਕੰਧ ਦੇ ਵਿੱਚੋਂ ਗਾਰ ਮਿੱਟੀ ਖੁਰ ਖੁਰ ਕੇ ਬਾਹਰ ਆਵੇਗੀ। ਕੰਧ ਦੇ ਵਿੱਚੋਂ ਚਿੱਟਾ ਪਾਣੀ ਸਾਫ਼ ਨਹੀਂ ਬਾਹਰ ਨਿਕਲੇਗਾ। ਮਨ ਵੀ ਕੁਝ ਐਸਾ ਹੈ। ਪੰਡਤ ਕਹਿ ਰਿਹਾ ਮਹਾਰਾਜ ਵੀ ਕਲਯੁਗ ਦਾ ਸਮਾਂ, ਕਿੱਥੋਂ ਇਹੋ ਜਿਹਾ ਬੰਦਾ ਕੋਈ ਲੱਭਣਾ ਹੈ। ਪੂਜਾ ਕਰਨ ਕਰਾਵਨ ਹਾਰੇ। ਇਸ ਕਰਕੇ ਪੂਜਾ ਕਰਨ ਵਾਲਾ ਤੇ ਪੂਜਾ ਕਰਾਉਣ ਵਾਲਾ ਦੋਨੇ ਬੰਦੇ ਇਦਾਂ ਦੇ ਚਾਹੀਦੇ ਜਿਹੜੇ ਮੈਂ ਗੁਣ ਇੱਥੇ ਵਰਣਨ ਕੀਤੇ ਹਨ। ਦੋਨੋਂ ਨੇਮ ਨਿਰਵਾਹ ਤੇ ਦੋਨਾਂ ਦੇ ਵਿੱਚ ਇਹ ਨੇਮ ਹੋਣਾ ਚਾਹੀਦਾ। ਪੰਡਤ ਵੀ ਜਤੀ ਸਤੀ ਹੋਵੇ, ਬ੍ਰਹਮਚਾਰੀ ਹੋਵੇ। ਪੰਡਤ ਨੇ ਵੀ ਮਨ ਜਿੱਤਿਆ ਹੋਵੇ, ਭੁੱਖ ਪਿਆਸ ਨੂੰ ਜਿੱਤਿਆ ਹੋਵੇ, ਇੰਦਰੀਆਂ ਜਿੱਤਣ ਵਾਲਾ ਪੰਡਤ ਹੋਵੇ। ਔਰ ਇਹੋ ਹੀ ਗੁਣ ਜਿਹਨੇ ਕਰਾਉਣੇ ਨੇ ਉਹਦੇ ਵਿੱਚ ਵੀ ਹੋਣ। ਜਿਹੜਾ ਖੱਤਰੀ ਵੀ ਜਿਹਨੇ ਜੱਗ ਕਰਾਉਣਾ ਨਾ ਉਹਦੇ ਵਿੱਚ ਵੀ ਇਹ ਗੁਣ ਚਾਹੀਦੇ ਹਨ। ਸਤਜੁਗ ਤ੍ਰੇਤਾ ਦੁਆਪਰ ਮਾਹੀ। ਭਾਵੇਂ ਸਤਜੁਗ ਹੈ, ਭਾਵੇਂ ਤ੍ਰੇਤਾ ਯੁਗ ਹੈ, ਭਾਵੇਂ ਦੁਆਪਰ ਯੁਗ ਹੈ। ਸੁਗਮ ਚੰਡਕਾ ਦਰਸ਼ਨ ਨਾਹੀ। ਇਸ ਚੰਡਕਾ ਦੇਵੀ ਦੇ, ਜਵਾਲਾ ਦੇਵੀ ਦੇ ਦਰਸ਼ਨ ਸੌਖੇ ਨਹੀਂ। ਇਹ ਮਤਾਂ ਸੋਚ ਲਓ ਵੀ ਕਲਯੁਗ ਵਿੱਚ ਦਰਸ਼ਨ ਔਖੇ ਨੇ। ਪੰਡਤ ਕਹਿ ਰਿਹਾ ਵੀ ਉਸ ਦੇਵੀ ਦੇ ਦਰਸ਼ਨ ਤੇ ਕਲਯੁਗ ਦੇ ਵਿੱਚ ਕੀ ਸਤਯੁਗ ਵਿੱਚ ਵੀ ਔਖੇ ਸਨ। ਸਤਯੁਗ ਵਿੱਚ ਵੀ ਉਹਦੇ ਕੋਈ ਦਰਸ਼ਨ ਕਰਨੇ ਸੌਖੇ ਨਹੀਂ। ਦੁਆਪਰ ਤੇ ਤ੍ਰੇਤੇ ਵਿੱਚ ਵੀ ਸੌਖੇ ਨਹੀਂ ਤੇ ਕਲਯੁਗ ਦੇ ਵਿੱਚ ਵੀ ਸੌਖੇ ਨਹੀਂ ਹਨ। ਅਬ ਕਲ ਕਾਲ ਪਰਵਰਤਿਓ ਭਾਰੀ। ਕਿਉਂਕਿ ਹੁਣ ਤੇ ਕਲਯੁਗ ਹੈ ਨਾ, ਹੁਣ ਤੇ ਹੋਰ ਵੀ ਔਖਾ ਹੋ ਗਿਆ। ਪੰਡਤ ਆਪਣੀਆਂ ਸ਼ਰਤਾਂ ਔਰ ਵੱਡੇ ਬਚਨ ਕਰਦਾ ਪਿਆ, ਕਿਉਂਕਿ ਜਿੰਨਾ ਇਹ ਵੱਧ ਦੱਸੇਗਾ ਉਨੀ ਕਮਾਈ ਵੱਧ ਕਰੇਗਾ। ਕਹਿਣ ਲੱਗਾ ਜਿਸ ਦੇਵੀ ਨੂੰ ਸਤਯੁਗ ਤ੍ਰੇਤੇ ਵਿੱਚ ਨਹੀਂ ਪ੍ਰਗਟ ਕੀਤਾ ਜਾ ਸਕਦਾ, ਪਾਇਆ ਜਾ ਸਕਦਾ,
ਕਲਯੁਗ ਦਾ ਤੇ ਸਮਾਂ ਹੀ ਬੜਾ ਭਿਆਨਕ ਹੈ, ਕਿਵੇਂ ਉਹਨੂੰ ਪ੍ਰਗਟ ਕਰ ਲਵਾਂਗੇ। ਭਈ ਭ੍ਰਿਸ਼ਟ ਬਹੁਤ ਸ੍ਰਿਸ਼ਟੀ ਸਾਰੀ। ਕਿਉਂਕਿ ਸਾਰੀ ਦੁਨੀਆ ਭ੍ਰਿਸ਼ਟ ਹੋ ਗਈ ਹੈ, ਛੋਟੇ ਤੋਂ ਲੈ ਕੇ ਵੱਡਾ ਤੇ ਵੱਡੇ ਤੋਂ ਲੈ ਕੇ ਛੋਟਾ, ਹਰੇਕ ਹੀ ਭ੍ਰਸ਼ਟ ਹੈ ਆਪਣੇ ਆਪਣੇ ਸਮੇਂ ਦੇ ਵਿੱਚ। ਬਾਅਦ ਵਿੱਚ ਭਾਵੇਂ ਕੋਈ ਕਹਿ ਦੇਵੇ ਕਿ ਮੈਂ ਬੜਾ ਚੰਗਾ ਹਾਂ, ਬੜਾ ਨਿਰਮਲ ਹਾਂ, ਪਰ ਜਦੋਂ ਉਹਦਾ ਸਮਾਂ ਸੀ ਭ੍ਰਿਸ਼ਟਤਾਈ ਤੇ ਉਹਨੇ ਵੀ ਨਹੀਂ ਛੱਡੀ ਹੈ। ਕਲਯੁਗ ਦਾ ਸਮਾਂ ਹੀ ਇਹੋ ਜਿਹਾ ਹੈ, ਕੋਈ ਭ੍ਰਿਸ਼ਟਾਚਾਰ ਤੋਂ ਭ੍ਰਿਸ਼ਟਾਚਾਰੀ ਤੋਂ ਬਚਿਆ ਨਹੀਂ, ਸਾਰੇ ਇਸ ਵੇ ਠੱਗੇ ਹੋਏ ਹਨ। ਤਾਜ ਤਜ ਮਿੱਤਰ ਲੋਕ ਸੁਖ ਸਾਰੇ। ਇਸ ਕਰਕੇ ਇਹ ਜਿਹੜੇ ਮ੍ਰਿਤ ਲੋਕ ਦੇ ਸਾਰੇ ਸੁੱਖ ਛੱਡ ਕੇ ਮੇਰ ਆਦ ਗਿਰ ਵਿਖੇ ਪਧਾਰੇ। ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਸਨ ਜਤੀ ਸਤੀ, ਉਹਨਾਂ ਨੇ ਐਸ ਧਰਤੀ ਦੇ ਸੁੱਖ ਛੱਡ ਕੇ ਤੇ ਸਾਰੇ ਸਮੇਰ ਪਰਬਤ ਤੇ ਚੜ ਗਏ। ਜਿਹੜੇ ਗੋਰਖਨਾਥ ਵਰਗੇ ਸਨ, ਮਛੰਦਰਨਾਥ ਵਰਗੇ, ਪਰਮਾਤਮਾ ਨੇ ਭੇਜਿਆ ਵੀ ਜਾਓ, ਜਾ ਕੇ ਤੁਸੀਂ ਨਾਮ ਜਪਾਓ। ਜਦੋਂ ਉਹਨਾਂ ਨੇ ਵੇਖਿਆ ਵੀ ਇਸ ਦੁਨੀਆ ਵਿੱਚ ਤੇ ਪਾਪ ਦਾ ਹੀ ਬੜਾ ਜ਼ਿਆਦਾ ਬੋਲਬਾਲਾ, ਦੁਨੀਆ ਛੱਡ ਕੇ ਤੇ ਸਮੇਰ ਪਰਬਤ ਤੇ ਚੜ ਗਏ ਜਾ ਕੇ। ਲੋਕੀ ਜਿੱਧਰ ਨੂੰ ਜਾਂਦੇ ਜਾਣ, ਜਿਹੜਾ ਪਾਪ ਕਰਦੇ ਕਰਨ, ਨਰਕਾਂ ਵਿੱਚ ਪੈਂਦੇ ਪੈਣ, ਅਸੀਂ ਕੀ ਲੈਣਾ, ਸੀ ਆਪਣਾ ਜਾ ਕੇ ਉੱਥੇ ਆਰਾਧਨਾ ਕਰਾਂਗੇ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਜਦੋਂ ਯਾਤਰਾ ਕਰਦਿਆਂ ਕਰਦਿਆਂ ਸਮੇਰ ਪਰਬਤ ਤੇ ਪਹੁੰਚੇ ਤੇ ਸਿੱਧ ਵੇਖ ਕੇ ਹੈਰਾਨ ਹੋ ਗਿਆ ਵੀ ਇਹ ਸਾਡੇ ਤੋਂ ਬਿਨਾਂ ਕਿਹੜਾ ਵਿਅਕਤੀ ਜਿਹੜਾ ਇੱਥੇ ਆ ਸਕਦਾ। ਉਸ ਵੇਲੇ ਫਿਰ ਉਹਨਾਂ ਨੇ ਪੁੱਛਿਆ, ਕਹਿਣ ਲੱਗੇ ਵੀ ਮਹਾਰਾਜ ਤੁਸੀਂ ਧਰਤੀ ਤੋਂ ਆਏ ਹੋ, ਇਹ ਦੱਸੋ ਵੀ ਉੱਥੇ ਕੀ ਵਰਤਾਰਾ ਵਰਤਦਾ ਪਿਆ। ਮਹਾਰਾਜ ਕਹਿਣ ਲੱਗੇ, ਸਿੱਧੋ ਜਿਹੜੇ ਕੰਮ ਵਾਸਤੇ ਤੁਹਾਨੂੰ ਪਰਮਾਤਮਾ ਨੇ ਭੇਜਿਆ ਸੀ ਉਹ ਕੰਮ ਤੇ ਤੁਸੀਂ ਕੀਤਾ ਨਹੀਂ, ਤੁਸੀਂ ਤੇ ਪਰਬਤ ਤੇ ਚੜ ਗਏ ਆ ਕੇ। ਤੁਹਾਨੂੰ ਚਾਹੀਦਾ ਸੀ ਦੁਨੀਆ ਦੇ ਵਿੱਚ ਰਹਿਣਾ, ਆਪ ਵੀ ਨਾਮ ਜਪਦੇ, ਉਹਨਾਂ ਨੂੰ ਵੀ ਜਪਾਉਂਦੇ, ਕੁਝ ਨਾ ਕੋਈ ਤੇ ਕਰ ਪਾਉਂਦੇ ਨਾ। ਸਾਰਾ ਨਹੀਂ ਹੋ ਸਕਦਾ, ਕੋਈ ਤੇ ਹੋ ਸਕਦਾ ਸੀ, ਪਰ ਤੁਸੀਂ ਤੇ ਬਿਲਕੁਲ ਹਥਿਆਰ ਸੁੱਟ ਦਿੱਤੇ। ਕਿਸੇ ਦੇ ਘਰ ਨੂੰ ਅੱਗ ਲੱਗ ਗਈ ਤੇ ਚਿੜੀ ਜਿਹੜੀ ਹੈ ਨਾ, ਚੁੰਝ ਭਰ ਕੇ ਪਾਣੀ ਦੀ ਉੱਤੇ ਪਾਉਂਦੀ ਪਈ ਹੈ। ਤੇ ਕਿਸੇ ਵੇਖਣ ਵਾਲੇ ਨੇ ਚਿੜੀ ਨੂੰ ਪੁੱਛਿਆ, ਕਹਿਣ ਲੱਗੇ, ਚਿੜੀਏ ਵੀ ਇੰਨੀ ਭਿਆਨਕ ਅੱਗ ਲੱਗੀ ਹੈ, ਤੇਰੀ ਚੁੰਝ ਪਾਣੀ ਦੇ ਨਾਲ ਕਿਹੜਾ ਅੱਗ ਬੁੱਝ ਜਾਣੀ ਹੈ। ਤੇ ਚਿੜੀ ਕਹਿਣ ਲੱਗੀ ਵੀ ਗੱਲ ਤੇ ਬਿਲਕੁਲ ਠੀਕ ਹੈ, ਮੇਰੀ ਚੁੰਝ ਪਾਣੀ ਦੀ ਭਰੀ ਹੋਈ ਦੇ ਨਾਲ 2 ਬੂੰਦਾਂ ਦੇ ਨਾਲ ਅੱਗ ਤੇ ਨਹੀਂ ਬੁਝਣੀ, ਪਰ ਜਦੋਂ ਇਸ ਅੱਗ ਦਾ ਜ਼ਿਕਰ ਹੋਵੇਗਾ ਨਾ, ਉੱਥੇ ਇਹ ਗੱਲ ਜ਼ਰੂਰ ਹੋਵੇਗੀ ਵੀ ਮੈਂ ਜਿਹੜੀ ਹੈ ਨਾ ਉਹਨਾਂ ਵਿੱਚ ਆਈ ਹਾਂ ਜਿਹੜੇ ਅੱਗ ਬੁਝਾਉਣ ਦਾ ਯਤਨ ਕਰਦੇ ਸਨ, ਮੇਰੀ ਗਿਣਤੀ ਉਹਨਾਂ 'ਚ ਹੋਵੇਗੀ। ਮੇਰੀ ਗਿਣਤੀ ਅੱਗ ਲਾਉਣ ਵਾਲਿਆਂ ਵਿੱਚ ਜਾਂ ਅੱਗ ਲੱਗੀ ਨੂੰ ਵੇਖਣ ਵਾਲਿਆਂ ਵਿੱਚ ਨਹੀਂ ਹੋਵੇਗੀ, ਮੇਰੀ ਗਿਣਤੀ ਉਹਨਾਂ ਵਿੱਚ ਹੋਵੇਗੀ ਜਿਹੜੇ ਅੱਗ ਬੁਝਾਉਣ ਵਾਸਤੇ ਲੱਗੇ ਹੋਏ। ਇਹ ਤੇ ਮੈਨੂੰ ਵੀ ਪਤਾ ਵੀ ਮੇਰੀ ਚੁੰਝ ਦੇ ਨਾਲ ਅੱਗ ਨਹੀਂ ਬੁਝਣੀ, ਪਰ ਮੇਰੀ ਗਿਣਤੀ ਉਹਨਾਂ ਲੋਕਾਂ 'ਚ ਹੋਵੇਗੀ ਜਿਹੜੇ ਯਤਨ ਕਰਦੇ ਪਏ। ਮਹਾਰਾਜ ਨੇ ਇਹੋ ਬਚਨੀ ਸਿੱਧਾਂ ਨੂੰ ਕੀਤਾ, ਕਹਿਣ ਲੱਗੇ, ਸਿੱਧੋ ਤੁਸੀਂ ਇੱਥੇ ਭੱਜ ਕੇ ਸਮੇਰ ਤੇ ਚੜ ਗਏ ਆ ਕੇ, ਦੁਨੀਆ ਵਿੱਚ ਪਾਪ ਬੜਾ ਜ਼ਿਆਦਾ ਹੋ ਗਿਆ। ਜੇ ਤੁਸੀਂ ਦੁਨੀਆ ਵਿੱਚ ਰਹਿੰਦੇ, ਸਾਰੀ ਦੁਨੀਆ ਨਾ ਸੁਧਰਦੀ, ਕੋਈ ਸਰੀਰ ਤੇ ਤੁਹਾਡੇ ਮਗਰ ਲੱਗ ਜਾਂਦੇ ਨਾ, ਕੁਝ ਸਰੀਰਾਂ ਦਾ ਭਲਾ ਤੇ ਹੋ ਜਾਂਦਾ, ਤੁਹਾਡਾ ਆਇਆ ਦੁਨੀਆ ਤੇ ਸਫਲਾ ਹੁੰਦਾ। ਇਹ ਮਹਾਰਾਜ ਨੇ ਬਚਨ ਉੱਥੇ ਆਖੇ ਸਨ। ਇੱਥੇ ਬਚਨ ਆ ਗਿਆ, ਕਹਿਣ ਲੱਗੇ ਇਹ ਭਾਵੇਂ ਕੋਈ ਸਮੇਰ ਪਰਬਤ ਤੇ ਜਾ ਕੇ ਚੜ ਜਾਣਾ ਕਰੇ, ਗੋਰਖ ਆਦ ਸਿੱਧ ਜਗ ਫਿਰਤੇ। ਜਿੰਨੇ ਵੀ ਗੋਰਖ ਮਛੰਦਰਨਾਥ ਇਤਿਆਦਿਕ ਜਿਹੜੇ ਸਿੱਧ ਫਿਰਦੇ ਹਨ, ਪਿਖ ਅਧਰਮ ਕੋ ਅਬ ਨਾ ਵਿਚਰਤੇ। ਉਹਨਾਂ ਨੇ ਵੇਖਿਆ ਵੀ ਪਾਪ ਬੜਾ ਹੋ ਗਿਆ। ਗੋਰਖਨਾਥ ਬੜਾ ਵੱਡਾ ਸਿੱਧ ਹੈ, ਮਛੰਦਰਨਾਥ ਬੜਾ ਵੱਡਾ ਸਿੱਧ ਹੈ, ਇਹਨਾਂ ਨੇ ਆਪਣਾ ਇੱਕ ਧਰਮ ਬਣਾ ਲਿਆ। ਪਰ ਜਦੋਂ ਵੇਖਿਆ ਨਾ ਵੀ ਧਰਤੀ ਤੇ ਪਾਪ ਬੜਾ, ਉਹਨਾਂ ਨੇ ਧਰਤੀ ਤੇ ਵਿਚਰਨ ਤੋਂ ਹੀ ਪੱਲਾ ਹੀ ਮੋੜ ਲਿਆ, ਮੂੰਹ ਮੋੜ ਲਿਆ ਵੀ ਧਰਤੀ ਤੇ ਰਹਿਣਾ ਹੀ ਨਹੀਂ, ਇੱਥੇ ਪਾਪ ਬੜਾ ਹੈ। ਸਮੇਰ ਪਰਬਤ ਤੇ ਜਾ ਕੇ ਚੜ ਗਏ। ਇਹ ਜੋਗੀ, ਇਹ ਜਿਹੜਾ ਆਇਆ ਪੰਡਤ, ਇਹ ਗੱਲ ਕਹਿੰਦਾ ਪਿਆ, ਮਹਾਰਾਜ ਕਲਯੁਗ ਵਿੱਚ ਪਾਪ ਇੰਨਾ ਵੱਧ ਗਿਆ, ਜਿਹੜੇ 84 ਸਿੱਧ ਸਨ ਉਹਨਾਂ ਨੇ ਵੀ ਧਰਤੀ ਤੋਂ ਮੂੰਹ ਮੋੜ ਲਿਆ, ਮਾਤ ਲੋਕ ਤੋਂ ਮੂੰਹ ਮੁੜ ਕੇ ਤੇ ਸਮੇਰ ਤੇ ਜਾ ਕੇ ਬੈਠੇ ਨੇ। ਸਾਡੇ ਕੋਲੋਂ ਐਸੀ ਭੈੜੀ ਦੁਨੀਆ ਨੂੰ ਸਮਝਾਇਆ ਨਹੀਂ ਜਾਣਾ ਜਾਂ ਬਦਲਿਆ ਨਹੀਂ ਜਾਣਾ ਹੈ। ਜਾਂ ਤੇ ਬਹੁ ਸਾਧਿਆ ਦੇਵੀ। ਇਸ ਕਰਕੇ ਜਾਂ ਤੇ ਬਹੁ ਦੋ ਸਾਧਿਆ ਦੇਵੀ, ਇਹ ਜਿਹੜੀ ਦੇਵੀ ਹੈ ਨਾ, ਇਸ ਨੂੰ ਸਾਧਨਾ ਬੜਾ ਹੀ ਕਠਿਨ ਹੈ ਮਹਾਰਾਜ। ਇਹ ਗੱਲ ਕਰਨੀ ਸੌਖੀ ਹੈ ਵੀ ਜੱਗ ਕਰਨਾ, ਇਹ ਗੱਲ ਕਰਨੀ ਸੌਖੀ ਹੈ ਕਿ ਦੇਵੀ ਨੂੰ ਪ੍ਰਗਟ ਕਰਨਾ, ਗੱਲ ਤੇ ਕਰਨੀ ਸੌਖੀ ਹੈ, ਪਰ ਕੰਮ ਬੜਾ ਔਖਾ ਮਹਾਰਾਜ, ਇਹ ਬੜਾ ਕਠਿਨ ਕੰਮ ਹੈ। ਦਰਸ ਪ੍ਰਤੱਖ ਦਿਖਾਏ ਅਭੇਵੀ। ਕਿਉਂਕਿ ਇਹ ਜਿਹੜੀ ਦੇਵੀ ਦੇ ਪ੍ਰਤੱਖ ਦਰਸ਼ਨ ਨੇ, ਇਹ ਕਿਸੇ ਨੂੰ ਹੋਣ ਵਾਲੇ ਨਹੀਂ। ਕਲਯੁਗ ਦਾ ਸਮਾਂ ਹੈ
ਜਿਹੜੇ ਅਵਤਾਰ ਲੈ ਕੇ ਆਏ ਗੋਰਖਨਾਥ ਵਰਗੇ, ਮਛੰਦਰਨਾਥ ਵਰਗੇ, ਦੁਨੀਆ ਦੇ ਸਾਹਮਣੇ ਤੇ ਉਹ ਨਹੀਂ ਰਹਿ, ਜਾ ਕੇ ਸਮੇਰ ਤੇ ਚੜ੍ਹ ਕੇ ਤੇ ਲੋਕੇ ਬੈਠ ਗਏ ਨੇ। ਤੁਸੀਂ ਆਖਦੇ ਹੋ ਵੀ ਇਸ ਕਲਯੁਗ ਦੇ ਸਮੇਂ ਦੇ ਵਿੱਚ ਦੇਵੀ ਪ੍ਰਗਟ ਕਰਕੇ ਸਾਹਮਣੇ ਲੈ ਆਈਏ। ਮਹਾਰਾਜ ਇਹ ਕੰਮ ਕਰਨਾ ਬੜਾ ਔਖਾ ਹੈ। ਧਨ ਕੀ ਸੁਨੋ ਕਹਾਂ ਤੇ ਆਵੇ। ਮਹਾਰਾਜ ਇਹ ਤੇ ਗੱਲ ਹੋ ਗਈ ਵੀ ਕੰਮ ਔਖਾ। ਹੁਣ ਇੱਕ ਗੱਲ ਹੋਰ ਹੈ, ਉਹ ਕਿਹੜੀ ਹੈ? ਮਹਾਰਾਜ ਤੁਸੀਂ ਇਹ ਦੱਸੋ ਵੀ ਇੰਨੀ ਮਾਇਆ ਕਿੱਥੋਂ ਆਵੇਗੀ? ਹਜ਼ਾਰਾਂ ਨਾਲ ਰੁਪਈਏ ਨਹੀਂ ਲੱਗਣੇ, ਲੱਖਾਂ ਦੇ ਨਾਲ ਲੱਗਣੇ। ਤੁਹਾਡੇ ਕੋਲ ਕੋਈ ਰਾਜ ਭਾਗ ਨਹੀਂ, ਤੁਸੀਂ ਕੋਈ ਰਾਜੇ ਨਹੀਂ ਹੋ ਵੀ ਵੱਧੀ ਇਨਕਮ ਆਏਗੀ, ਪ੍ਰਜਾ ਦੇ ਵੱਲੋਂ ਟੈਕਸ ਇੰਨਾ ਇਕੱਠਾ ਹੋਣਾ ਹੀ ਹੋਣਾ। ਤੁਹਾਡੇ ਕੋਲ ਕਿਹੜਾ ਟੈਕਸ ਆਉਣਾ? ਤੇ ਮਹਾਰਾਜ ਜਿਹੜੇ ਲੱਖਾਂ ਰੁਪਈਏ ਲੱਗਣੇ ਉਹ ਕਿੱਥੋਂ ਆਉਣਗੇ? ਜੇ ਆਪਾਂ ਮਾਇਆ ਦੀ ਗੱਲ ਕਰੀਏ ਤੇ ਉਹ ਇੰਨਾ ਵੱਡਾ ਖਰਚਾ ਕਿੱਥੋਂ ਲੈ ਕੇ ਆਵਾਂਗੇ? ਨਹੀਂ ਰਸਾਇਣ ਕੋ ਜੋ ਬਣਾਵੇ। ਮਹਾਰਾਜ ਤੁਹਾਡੇ ਕੋਲ ਕੋਈ ਰਸਾਇਣ ਨਹੀਂ ਹੈ, ਕਾਰਖਾਨਾ ਨਹੀਂ ਪੈਸਿਆਂ ਦਾ ਲੱਗਿਆ ਵੀ ਅੰਦਰ ਮਸ਼ੀਨ ਲਾ ਦਿਆਂਗੇ ਵੀ ਉੱਥੋਂ ਪੈਸੇ ਬਣੀ ਜਾਣਗੇ ਤੇ ਆਪਾਂ ਕੱਢ ਕੱਢ ਕੇ ਵਰਤੀ ਜਾਵਾਂਗੇ। ਸਾਡੇ ਕੋਲ ਪੈਸੇ ਬਣਾਉਣ ਦਾ ਕੋਈ ਕਾਰਖਾਨਾ ਨਹੀਂ ਹੈ, ਕੋਈ ਰਸਾਇਣ ਸ਼ਕਤੀ ਨਹੀਂ ਹੈ ਵੀ ਜਾਂ ਤਾਂ ਹੋਵੇ ਨਾ ਵੀ ਸਾਡੇ ਕੋਲ ਉਹ ਪੱਥਰ ਹੈ ਜਿਸ ਨੂੰ ਪਾਰਸ ਆਖਿਆ ਜਾਂਦਾ ਵੀ ਅਸੀਂ ਅੰਦਰੋਂ ਬਾਹਰੋਂ ਲੋਹਾ ਲੈ ਕੇ ਆਵਾਂਗੇ, ਲੋਹੇ ਨੂੰ ਪਾਰਸ ਲਾਵਾਂਗੇ, ਲੋਹਾ ਸੋਨਾ ਬਣ ਜਾਏਗਾ ਤੇ ਉਹਨੂੰ ਅਸੀਂ ਵੇਚ ਲਵਾਂਗੇ ਤੇ ਪੈਸੇ ਲੈ ਆਵਾਂਗੇ। ਮਹਾਰਾਜ ਨਾ ਸਾਡੇ ਕੋਲ ਕੋਈ ਪਾਰਸ ਹੈ, ਨਾ ਸਾਡੇ ਕੋਲ ਕੋਈ ਮਸ਼ੀਨ ਹੈ ਪੈਸੇ ਬਣਾਉਣ ਵਾਲੀ। ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜੇ ਲੱਖਾਂ ਰੁਪਈਏ ਲੱਗਣੇ ਨੇ ਕਿੱਥੋਂ ਆਉਣਗੇ? ਇੰਨੀ ਮਾਇਆ ਕਿੱਥੋਂ ਲਿਆਵਾਂਗੇ ਲਾਉਣ ਵਾਸਤੇ? ਤੁਮ ਢਿਗ ਰਾਜ ਨਾਵਨੀ ਕੇਰਾ। ਇਹ ਪੰਡਤ ਜਿਹੜਾ ਹੈ ਨਾ, ਮਹਾਰਾਜ ਨੂੰ ਕਹਿਣ ਲੱਗਾ ਮਹਾਰਾਜ ਤੁਹਾਡੇ ਕੋਲ ਕਿਹੜਾ ਕੋਈ ਰਾਜ ਭਾਗ ਹੈ? ਜਾਂ ਤੇ ਹੋਵੇ ਨਾ ਤੁਸੀਂ ਹਿੰਦੁਸਤਾਨ ਦੇ ਬਾਦਸ਼ਾਹ ਹੋਵੋ ਔਰੰਗਜ਼ੇਬ ਦੀ ਤਰ੍ਹਾਂ, ਫਿਰ ਤੇ ਮੰਨਿਆ ਵੀ ਇੰਨੀ ਮਾਇਆ ਆ ਜਾਣੀ, ਪਰ ਤੁਸੀਂ ਤੇ ਰਾਜੇ ਵੀ ਨਹੀਂ, ਤੁਸੀਂ ਤੇ ਇੱਕ ਸਾਧੂ ਹੋ, ਗੁਰਤਾ ਗੱਦੀ ਤੇ ਬੈਠਣ ਵਾਲੇ ਗੁਰੂ ਹੋ, ਤੁਹਾਡੇ ਕੋਲ ਰਾਜ ਨਹੀਂ। ਪਰ ਇਹ ਜਾਣਦਾ ਨਹੀਂ ਹੈ ਕਿ ਉਹ ਤੇ ਸ੍ਰਿਸ਼ਟੀ ਦੇ ਮਾਲਕ ਨੇ, ਸ੍ਰਿਸ਼ਟੀ ਬਣਾਉਣ ਵਾਲੇ ਨੇ। ਜਾ ਕੇ ਵਸ ਹੈ ਖਾਨ ਸੁਲਤਾਨ, ਜਾ ਕੇ ਵਸ ਹੈ ਸਗਲ ਜਹਾਨ। ਪਰ ਇਹ ਪੰਡਤ ਦੁਨੀਆਦਾਰੀ ਦੀ ਨਿਗਾਹ ਨਾਲ ਕਹਿੰਦਾ ਪਿਆ, ਕਹਿਣ ਲੱਗਾ ਮਹਾਰਾਜ ਤੁਹਾਡੇ ਕੋਲ ਕਿਹੜਾ ਕੋਈ ਰਾਜ ਭਾਗ ਹੈ? ਜਿਸ ਕਰਿਆ ਵੈ ਦਰਬ ਕਨੇਰਾ। ਜਿਸ ਕਰਕੇ ਬਹੁਤੀ ਮਾਇਆ ਆਵੇ। ਮਾਇਆ ਤਾਂ ਆਵੇਗੀ, ਰਾਜਾ ਹੋਵੇਗਾ, ਰਾਜਾ ਟੈਕਸ ਲਾ ਸਕਦਾ, ਵੱਧ ਵੀ ਲਾ ਸਕਦਾ, ਘੱਟ ਵੀ ਕਰ ਸਕਦਾ। ਜਿਵੇਂ ਜਿਵੇਂ ਪੈਸੇ ਦੀ ਲੋੜ ਹੋਵੇਗੀ ਨਵੇਂ ਨਵੇਂ ਕਾਨੂੰਨ ਬਣਾ ਦੇਵੇਗਾ। ਰਾਜੇ ਕੋਲ ਤੇ ਪੈਸਾ ਆ ਸਕਦਾ, ਪਰ ਮਹਾਰਾਜ ਤੁਹਾਡੇ ਕੋਲ ਕਿਵੇਂ ਆਉਣਾ ਹੈ? ਤੁਰਕ ਤੇਜ ਤਪ ਰਹਿਓ ਵਿਸਾਲਾ। ਇਸ ਵੇਲੇ ਮੁਗਲਾਂ ਦਾ ਰਾਜ ਹੈ। ਮੁਗਲਾਂ ਦਾ ਰਾਜ ਹੋਣ ਕਰਕੇ ਲੋਕ ਮੁਗਲਾਂ ਤੋਂ ਹੀ ਡਰਦੇ ਨੇ, ਮੁਸਲਮਾਨਾਂ ਤੋਂ ਹੀ ਡਰਦੇ ਨੇ, ਉਹਨਾਂ ਨੂੰ ਹੀ ਲੋਕੀ ਪੈਸਾ ਦਿੰਦੇ ਨੇ। ਤੁਹਾਡੇ ਕੋਲ ਪੈਸਾ ਆਉਣ ਦੀ ਕੋਈ ਆਸ ਨਹੀਂ ਹੈ। ਕਰਹਿ ਕਰਾਵਹਿ ਪਾਪ ਕੁਚਾਲਾ। ਇਸ ਕਰਕੇ ਇਹ ਜਿਹੜੇ ਮੁਗਲ ਬਾਦਸ਼ਾਹ ਨੇ ਮੁਸਲਮਾਨ, ਇਹ ਬਹੁਤ ਵੱਡਾ ਪਾਪ ਕਰਵਾ ਰਹੇ ਨੇ, ਬੜੀਆਂ ਬੜੀਆਂ ਹੱਤਿਆ ਕਰਵਾਉਂਦੇ ਨੇ, ਬੜੇ ਲੋਕਾਂ ਨੂੰ ਮਾਰਦੇ ਮਰਵਾਉਂਦੇ ਨੇ। ਇਸ ਵੇਲੇ ਧਰਤੀ ਤੇ ਬੜਾ ਵੱਡਾ ਪਾਪ ਹੋ ਰਿਹਾ ਹੈ। ਇਸ ਵਿਦ ਬਹੁਤ ਬਿਖਮ ਹੀ ਜਾਨੋ। ਇਸ ਕਰਕੇ ਮਹਾਰਾਜ ਇਹ ਜਿਹੜਾ ਕੰਮ ਤੁਸੀਂ ਕਹਿ ਰਹੇ ਹੋ ਨਾ, ਇਹ ਸਮਝੋ ਵੀ ਨਹੀਂ ਹੋ ਹੀ ਨਹੀਂ ਸਕਦਾ। ਹੋਣ ਦੇ ਚਾਂਸ ਤੇ ਬੜੇ ਘੱਟ ਨੇ, ਨਾ ਹੋਣ ਦੇ ਸਾਰੇ ਹੀ ਨੇ। ਇੱਕ ਤੇ ਮਹਾਰਾਜ ਇਹੋ ਜਿਹਾ ਬੰਦਾ ਨਹੀਂ ਲੱਭਣਾ ਜਿਹੜਾ ਜਤੀ ਹੋਵੇ, ਸਤੀ ਹੋਵੇ, ਇੰਦਰੀਆਂ ਨੂੰ ਜਿੱਤਣ ਵਾਲਾ ਹੋਵੇ, ਮਨ ਨੂੰ ਜਿੱਤਣ ਵਾਲਾ ਹੋਵੇ, ਤੇ ਪੂਰੀ ਮਰਿਆਦਾ ਰੱਖਣ ਵਾਲਾ ਹੋਵੇ। ਪਹਿਲੀ ਗੱਲ ਤੇ ਇਹੋ ਜਿਹਾ ਬੰਦਾ ਹੀ ਨਹੀਂ ਲੱਭਣਾ। ਜੇ ਆਪਾਂ ਬੰਦਾ ਲੱਭ ਵੀ ਲਿਆ ਤੇ ਮਹਾਰਾਜ ਫਿਰ ਇੰਨੀ ਮਾਇਆ ਨਹੀਂ ਜੇ ਇਕੱਠੀ ਹੋਣੀ ਜਿੰਨੀ ਜੱਗ ਉੱਤੇ ਲੱਗ ਜਾਣੀ ਹੈ। ਚਲੋ ਮੰਨ ਲਓ ਵੀ ਆਪਾਂ ਮਾਇਆ ਵੀ ਇਕੱਠੀ ਕਰ ਲਵਾਂਗੇ। ਤੀਜੀ ਗੱਲ ਇਹ ਆ ਮਹਾਰਾਜ ਇਸ ਵੇਲੇ ਮੁਸਲਮਾਨਾਂ ਦਾ ਰਾਜ ਹੈ, ਉਹਨਾਂ ਨੇ ਪਾਪ ਇੰਨੇ ਕਰ ਛੱਡੇ ਨੇ, ਇੰਨੇ ਪਾਪ ਦੇ ਵਿੱਚ, ਇੰਨੀ ਮੁਸੀਬਤ ਵਿੱਚ ਦੇਵੀ ਪ੍ਰਗਟ ਕਰਨੀ ਨਾਮੁਮਕਿਨ ਹੈ, ਨਹੀਂ ਹੋ ਸਕਦਾ। ਇਹ ਜੱਗ ਇਹ ਹੋਣਾ ਬੜਾ ਔਖਾ ਹੈ। ਸ਼ਕਤ ਧਰੋ ਤੁਮ ਚਾਹੋ ਜੇ ਠਾਨੋ। ਮਹਾਰਾਜ ਸ਼ਕਤ ਧਰੋ, ਤੁਹਾਡੇ ਵਿੱਚ ਸ਼ਕਤੀ ਹੈ। ਜੇ ਤੁਸੀਂ ਚਾਹੋ ਨਾ ਵੀ ਇਹ ਕੰਮ ਕਰਨਾ ਹੈ ਤੇ ਸ਼ਕਤੀ ਦੇ ਨਾਲ ਫਿਰ ਸੁਨ ਕਰ ਦਇਆ ਰਾਮ ਤਬ ਬੋਲਾ। ਜਦੋਂ ਇਹ ਬਚਨ ਬੋਲਦਾ ਪਿਆ ਨਾ ਬ੍ਰਾਹਮਣ, ਕੇਸੋ ਦਾਸ ਇਹਦਾ ਨਾਮ ਹੈ, ਤੇ ਮਹਾਰਾਜ ਦੇ ਕੋਲ ਇੱਕ ਸਿੱਖ ਖਲੋਤਾ, ਉਹ ਵੀ ਜਾਤੀ ਦਾ ਹੀ ਬ੍ਰਾਹਮਣ ਹੈ, ਨਾਮ ਹੈ ਦਇਆ ਰਾਮ, ਉਹ ਗੁਰੂ ਘਰ ਰਹਿਣ ਵਾਲਾ ਹੈ, ਉਹ ਵੀ ਬ੍ਰਾਹਮਣ ਹੈ। ਇਹਨੇ ਸਾਰੀਆਂ ਗੱਲਾਂ ਸੁਣੀਆਂ ਤੇ ਫਿਰ ਇਹ ਬੋਲ ਕੇ ਅੱਗੋਂ ਕਹਿਣ ਲੱਗਾ ਹੈ, ਪ੍ਰਭ ਦਿਸ਼ ਤੇ ਚਿਤ ਰੱਖੋ ਅਡੋਲਾ। ਕਹਿਣ ਲੱਗਾ ਪੰਡਤ ਇਹ ਤੂੰ ਗੱਲ ਛੱਡ ਦੇ ਵੀ ਮਾਇਆ ਕਿੱਥੋਂ ਆਵੇਗੀ। ਅਸੀਂ ਜਿੱਥੋਂ ਮਰਜ਼ੀ ਲਿਆਈਏ, ਧਰਤੀ ਪਟੀਏ, ਜਿੱਥੋਂ ਮਰਜ਼ੀ ਕਿਸੇ ਨੂੰ ਕਹੀਏ, ਸਤਿਗੁਰਾਂ ਵੱਲੋਂ ਤੈਨੂੰ ਮਾਇਆ ਦੀ ਕਮੀ ਨਹੀਂ ਆਏਗੀ। ਪਹਿਲੀ ਇਹ ਜਿਹੜੀ ਤੂੰ ਸ਼ਰਤ ਰੱਖੀ ਬੈਠਾ ਨਾ ਵੀ ਤੁਹਾਡੇ ਕੋਲ ਰਾਜ ਭਾਗ ਤੇ ਮਹਾਰਾਜ ਹੈ ਨਹੀਂ,
ਪੈਸਾ ਕਿੱਥੋਂ ਆਵੇਗਾ, ਜੱਗ ਕਿਵੇਂ ਹੋਵੇਗਾ, ਇਹ ਗੱਲ ਤੂੰ ਆਪਣੇ ਮਨੋਂ ਕੱਢ ਦੇ। ਸਾਡੇ ਕੋਲ ਭਾਵੇਂ ਰਾਜ ਹੈ ਤੇ ਭਾਵੇਂ ਨਹੀਂ ਹੈ, ਇਹ ਅਸੀਂ ਤੈਨੂੰ ਗਰੰਟੀ ਦਿੰਦੇ ਹਾਂ ਵੀ ਤੈਨੂੰ ਇਸ ਪਾਸਿਓਂ ਕਮੀ ਨਹੀਂ ਆਏਗੀ। ਧਨ ਕੀ ਕਮੀ ਨਾ ਇਨਕੋ ਕੋਈ। ਸਤਿਗੁਰਾਂ ਦੇ ਕੋਲ ਮਾਇਆ ਦੀ ਕੋਈ ਕਮੀ ਨਹੀਂ। ਰਾਜੇ ਨੂੰ ਕਮੀ ਪੈ ਸਕਦੀ ਹੈ, ਰਾਜਾ ਤੇ ਕਹਿ ਸਕਦਾ ਵੀ ਮੇਰੇ ਕੋਲ ਖਜ਼ਾਨਾ ਖਾਲੀ ਹੈ। ਅੱਜ ਦੀਆਂ ਸਰਕਾਰਾਂ ਵੀ ਕਹਿ ਦਿੰਦੀਆਂ ਨਾ, ਦੇਸ਼ ਦੁਨੀਆ ਕਿੱਥੋਂ ਤੇ ਕਿੱਥੇ ਪਹੁੰਚ ਗਈ ਹੈ, ਪਰ ਅੱਜ ਦੇ ਰਾਜੇ ਵੀ ਕਹਿ ਦਿੰਦੇ ਕੀ ਦਈਏ, ਸਾਡਾ ਤੇ ਖਜ਼ਾਨਾ ਖਾਲੀ ਹੈ। ਪਰ ਕਦੇ ਗੁਰੂ ਨੇ ਨਹੀਂ ਆਖਿਆ, ਕਦੇ ਪਰਮੇਸ਼ਰ ਨੇ ਨਹੀਂ ਆਖਿਆ ਵੀ ਸਿੱਖਾ ਤੂੰ ਮੇਰੇ ਕੋਲ ਆਇਆ ਮੈਂ ਤੈਨੂੰ ਕੀ ਦਿਆਂ, ਮੇਰਾ ਤਾਂ ਖਜ਼ਾਨਾ ਖਾਲੀ ਹੈ। ਸਾਚੇ ਸਾਹਿਬਾ ਕਿਆ ਨਾਹੀ ਕਰਦੇ। ਇਹ ਦਇਆ ਰਾਮ ਕਹਿ ਰਿਹਾ, ਗੁਰੂ ਦਾ ਸਿੱਖ ਉਸ ਆਏ ਹੋਏ ਬ੍ਰਾਹਮਣ ਨੂੰ, ਬ੍ਰਾਹਮਣ ਜੀ ਮਾਇਆ ਵੱਲੋਂ ਤੇ ਫਿਕਰ ਤੁਸੀਂ ਪਰੇ ਕਰ ਦਿਓ, ਗੁਰੂ ਨੂੰ ਕੋਈ ਕਮੀ ਨਹੀਂ ਹੈ। ਜਿਨ ਕੋ ਕਰ ਪਾਰਸ ਹੀ ਹੋਈ। ਤੂੰ ਕਹਿਣਾ ਵੀ ਜੇ ਆਪਣੇ ਕੋਲ ਪਾਰਸ ਹੋਵੇ, ਗੁਰਮੁਖੋ ਪਾਰਸ ਇੱਕ ਪੱਥਰ ਦਾ ਨਾਮ ਹੈ, ਉਹਦੇ ਵਿੱਚ ਰੱਬ ਨੇ ਤਾਕਤ ਭਰੀ ਹੈ ਵੀ ਜੇ ਉਹ ਪੱਥਰ ਲੋਹੇ ਨੂੰ ਲਾ ਦਈਏ ਤੇ ਲੋਹਾ ਸੋਨੇ ਨੂੰ, ਲੋਹਾ ਦਾ ਸੋਨਾ ਬਣਾ ਦਿੰਦਾ। ਇਹ ਉਸ ਪੱਥਰ ਵਿੱਚ ਤਾਕਤ ਹੈ, ਉਹਨੂੰ ਪਾਰਸ ਕਿਹਾ ਜਾਂਦਾ, ਲੋਹੇ ਨੂੰ ਸੋਨਾ ਕਰਨ ਵਾਲਾ। ਇਹ ਗੁਰੂ ਕਾ ਸਿੱਖ ਕਹਿ ਰਿਹਾ ਬ੍ਰਾਹਮਣ ਨੂੰ, ਬ੍ਰਾਹਮਣ ਜੀ ਸਾਡੇ ਗੁਰੂ ਦੇ ਹੱਥ ਹੀ ਪਾਰਸ ਵਰਗੇ ਨੇ, ਇਹ ਜਿਹਨੂੰ ਹੱਥ ਲਾ ਦੇਣਗੇ ਉਹ ਆਪਣੇ ਆਪ ਹੀ ਸੋਨਾ ਬਣ ਜਾਏਗਾ। ਤੂੰ ਇਹ ਨਾ ਸੋਚ ਵੀ ਮਾਇਆ ਕਿੱਥੋਂ ਆਵੇਗੀ। ਸੁਣਿਆ ਹੈ ਗ੍ਰੰਥਾਂ ਦੇ ਵਿੱਚ ਵੀ ਪਾਰਸ ਲੋਹੇ ਨੂੰ ਸੋਨਾ ਕਰ ਦਿੰਦਾ ਹੈ। ਸਾਡੇ ਗੁਰੂ ਦਾ ਆਸ਼ੀਰਵਾਦ ਹੀ ਪਾਰਸ ਹੈ, ਜਿੱਧਰ ਨੂੰ ਮਿਹਰ ਕਰਨਗੇ ਉੱਥੇ ਆਪਣੇ ਆਪ ਢੇਰ ਲੱਗ ਜਾਣ। ਤੂੰ ਮਾਇਆ ਵੱਲੋਂ ਚਿੰਤਾ ਨਾ ਕਰਨਾ ਕਰ। ਛਤਰੀ ਸ਼ੁੱਧ ਮਹਾਨ ਮਹਾਨੇ। ਤੇ ਦੂਜੀ ਗੱਲ ਤੂੰ ਆਖਿਆ ਵੀ ਇਹੋ ਜਿਹਾ ਬੰਦਾ ਨਹੀਂ ਲੱਭਣਾ। ਖੱਤਰੀਆਂ ਦੇ ਵਿੱਚ ਬੜੇ ਨਿਰਮਲ ਚਿੱਤ ਵਿਅਕਤੀ ਬੈਠੇ ਨੇ, ਮਹਾਨ ਤੋਂ ਮਹਾਨ, ਮਹਾਨ ਤੋਂ ਮਹਾਨ, ਵੱਡੇ ਤੋਂ ਵੱਡੇ, ਚੰਗੇ ਤੋਂ ਚੰਗੇ, ਭਲੇ ਤੋਂ ਭਲੇ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ। ਇੱਥੇ ਤੇ ਬੜੀਆਂ ਬੜੀਆਂ ਪਵਿੱਤਰ ਰੂਹਾਂ ਬੈਠੀਆਂ ਹਨ। ਪ੍ਰਥਮ ਜੁਗਨ ਨ ਇਨੈ ਸਮਾਨੇ। ਪਹਿਲਿਆਂ ਯੁੱਗਾਂ ਦੇ ਵਿੱਚ ਹੋ ਸਕਦਾ ਰਾਜੇ ਮਹਾਰਾਜੇ ਤੇ ਹੋਏ ਹੋਣਗੇ, ਪਰ ਧੰਨ ਗੁਰੂ ਗੋਬਿੰਦ ਸਿੰਘ ਵਰਗਾ ਛਤਰੀ ਕੋਈ ਨਹੀਂ ਹੋਇਆ ਕਿਸੇ ਵੀ ਯੁੱਗ ਦੇ ਵਿੱਚ। ਮਹਾਨ ਮਹਾਨ ਹੋਏ ਹੋਣਗੇ ਬੜੇ ਬੜੇ ਰਾਜੇ, ਪਰ ਕਿਹੜਾ ਰਾਜਾ ਜਿਹਨੇ ਆਪਣੇ ਪੁੱਤਰਾਂ ਨੂੰ ਵਾਰਿਆ ਹੋਵੇ, ਕਿਹੜਾ ਰਾਜਾ ਜਿਹਨੇ ਆਪਣੇ ਪਿਤਾ ਨੂੰ ਵਾਰਿਆ ਹੋਵੇ, ਤੇ ਕਿਹੜਾ ਉਹ ਰਾਜਾ ਜਿਹਨੇ ਆਪਣੀ ਮਾਂ ਦਾ ਬਲੀਦਾਨ ਦਿੱਤਾ ਹੋਵੇ। ਪੰਡਤ ਜੀ ਰਾਜੇ ਤੇ ਬੜੇ ਹੋਣਗੇ, ਕੁਝ ਖੱਤਰੀ ਹੋਣਗੇ, ਕੁਝ ਕਿਸੇ ਹੋਰ ਜਾਤ ਧਰਮ ਦੇ ਹੋਣਗੇ, ਪਰ ਗੁਰੂ ਗੋਬਿੰਦ ਸਿੰਘ ਵਰਗਾ ਨਹੀਂ ਦੁਨੀਆ ਤੇ ਨਾ ਕੋਈ ਹੋਇਆ, ਨਾ ਕੋਈ ਹੋ ਸਕਦਾ ਹੈ। ਸੂਰਜ ਵੰਸ਼ ਵਿਖੈ ਜਨਮੇ। ਕਹਿਣ ਲੱਗੇ ਸੂਰਜ ਵੰਸ਼ ਦੇ ਵਿੱਚ ਜਿਹੜੇ ਜਨਮੇ ਹਨ, ਸ਼ੂਰੀਆ ਵੰਸ਼ ਦੇ ਵਿੱਚ ਜਿਨ੍ਹਾਂ ਦਾ ਜਨਮ ਹੋਇਆ ਹੈ। ਜਿਸ ਮੈਂ ਮਹਾ ਧਨੁਰ ਧਰ ਥਿਏ। ਜਿਨ੍ਹਾਂ ਦੇ ਵਿੱਚ ਬੜੇ ਵੱਡੇ ਧਨੁਰ ਧਾਰੀ ਹੋਏ ਨੇ ਰਾਜੇ। ਦੁਨੀਆ ਤੇ ਦੋ ਹੀ ਵੰਸ਼ਜ ਮੰਨੀਆਂ ਜਾਂਦੀਆਂ ਨੇ, ਚੰਦਰ ਵੰਸ਼ੀ ਤੇ ਸੂਰਿਆ ਵੰਸ਼ੀ, ਦੋ ਹੀ ਵੰਸ਼ਜ ਮੰਨੇ ਜਾਂਦੇ। ਕਹਿਣ ਲੱਗੇ ਸ਼ੂਰਿਆ ਵੰਸ਼ੀ ਦੇ ਵਿੱਚੋਂ ਬਹੁਤ ਵੱਡੇ ਧਨੁਰ ਧਾਰੀ ਸੂਰਮੇ ਹੋਏ ਹਨ। ਰਾਮਚੰਦ ਆਦਿਕ ਬਲਵੰਤੇ। ਉਹਨਾਂ ਦਾ ਨਾਮ ਸੀ ਰਾਮਚੰਦ ਰਾਜਾ। ਜੋ ਰਾਮਚੰਦਰ ਭਗਵਾਨ ਹੋਏ ਨੇ ਉਹ ਸੂਰਜ ਵੰਸ਼ੀ ਸਨ, ਸੂਰਿਆ ਵੰਸ਼ੀ ਜਿਨ੍ਹਾਂ ਨੂੰ ਆਖਿਆ ਜਾਂਦਾ। ਇਹ ਗੁਰੂ ਘਰ ਦਾ ਸਿੱਖ ਹੈ ਦਇਆ ਰਾਮ। ਇਹ ਕਹਿ ਰਿਹਾ, ਜਵਾਬ ਦੇ ਰਿਹਾ ਉਸ ਆਏ ਹੋਏ ਪੰਡਤ ਕੇਸ਼ੋ ਦਾਸ ਨੂੰ। ਕਹਿਣ ਲੱਗਾ ਕੇਸ਼ੋ ਦਾਸ ਜੀ, ਜਿਹੜੀ ਸ਼ੂਰਿਆ ਵੰਸ਼ ਕੁਲ ਹੈ ਉਹਦੇ ਵਿੱਚ ਭਗਵਾਨ ਰਾਮ ਜੀ ਹੋਏ ਹਨ। ਰਗ ਦਲੀਪ ਨਿਰਪ ਸਗਰ ਭਨੰਤੇ। ਕਹਿਣ ਲੱਗੇ ਦੁਨੀਆ ਦੇ ਲੋਕ ਉਸ ਨੂੰ ਕਈ ਨਾਮ ਦੇ ਨਾਲ ਯਾਦ ਕਰਦੇ ਸਨ। ਕੋਈ ਆਖਦਾ ਰਗਬਰ ਹੈ, ਕੋਈ ਆਖਦਾ ਕੁਝ ਹੈ। ਐਸੇ ਦੁਨੀਆ ਦੇ ਵਿੱਚ ਹੋਏ ਹਨ। ਇੰਦਰ ਜਿਤ ਇਨ ਕੋ ਨਾ ਸਮਨ। ਕਹਿਣ ਲੱਗੇ ਰਘੂ ਨਾਮ ਦਾ ਰਾਜਾ ਹੋਇਆ ਹੈ, ਦਲੀਪ ਨਾਮ ਦਾ ਰਾਜਾ ਹੋਇਆ ਹੈ, ਸਗਰ ਨਾਮ ਦਾ ਰਾਜਾ ਹੋਇਆ ਹੈ। ਇਹ ਸਾਰੇ ਸ਼ੂਰਿਆ ਵੰਸ਼ੀ ਹੋਏ ਨੇ। ਬੜੀਆਂ ਬੜੀਆਂ ਪਵਿੱਤਰ ਰੂਹਾਂ ਸਨ, ਬੜੇ ਬੜੇ ਪਵਿੱਤਰ ਆਤਮਾ ਵਾਲੇ ਰਾਜੇ ਸਨ। ਪਰ ਜਿੰਨੇ ਵੀ ਹੋਏ ਨੇ ਪੰਡਤ ਜੀ, ਗੁਰੂ ਗੋਬਿੰਦ ਸਿੰਘ ਵਰਗਾ ਕੋਈ ਨਹੀਂ ਜੇ ਹੋਇਆ। ਇਹ ਸਾਰੇ ਮਹਾਰਾਜ ਤੋਂ ਥੱਲੇ ਹਨ। ਗਿਨੀਏ ਕੌਣ ਮਹਾਨ ਮਹਾਨਾ। ਦੁਨੀਆ ਤੇ ਬੜੇ ਬੜੇ ਮਹਾਨ ਤੋਂ ਮਹਾਨ, ਮਹਾਨ ਤੋਂ ਮਹਾਨ ਗਿਣੇ ਜਾਂਦੇ ਨੇ। ਪਵਿੱਤਰ ਆਤਮਾ ਵਾਲੇ, ਜਪੀ ਤਪੀ ਬੰਦਗੀ ਵਾਲੇ ਬੜੇ ਦੁਨੀਆ ਵਿੱਚ ਵੇਖੇ ਜਾਂਦੇ ਹਨ। ਚਤੁਰ ਪੁੱਤਰ ਹਿਤ ਚਾਰੋਂ ਬਾਰੀ। ਕਹਿਣ ਲੱਗੇ 4 ਵਾਰ ਗ੍ਰਸਤ ਕੇਵਲ ਕੀਤਾ ਵੱਡਿਆਂ ਵੱਡਿਆਂ।
ਆਪਣੇ ਪੁੱਤਰਾਂ ਦੀ ਪ੍ਰਾਪਤੀ ਵਾਸਤੇ ਬ੍ਰਹਮਚਰਜ ਬੀਤੀ ਬਾਇ ਸਾਰੀ। ਕਹਿਣ ਲੱਗੇ ਸਾਰੀ ਉਮਰ ਕੁਝ ਰਾਜੇ ਇਹੋ ਜਿਹੇ ਹੋਏ ਜਿਨ੍ਹਾਂ ਨੇ ਬ੍ਰਹਮਚਰਜੀ ਰੱਖ ਛੱਡਿਆ। ਇਹ ਪੰਡਤ ਨੇ ਸਵਾਲ ਕੀਤਾ ਨਾ, ਮੈਨੂੰ ਇਹੋ ਜਿਹਾ ਖੱਤਰੀ ਚਾਹੀਦਾ ਜਿਹੜਾ ਬ੍ਰਹਮਚਰਜ ਰੱਖੇ ਜਿੰਨਾ ਚਿਰ ਜੱਗ ਹੋਣਾ। ਤੇ ਗੁਰੂ ਕਾ ਸਿੱਖ ਜਵਾਬ ਦਿੰਦਾ ਪਿਆ, ਤੂੰ ਤੇ ਜੱਗ ਹੋਣ ਦੀ ਗੱਲ ਕਰਦਾ, ਦੁਨੀਆ ਤੇ ਇਹੋ ਜਿਹੇ ਵੀ ਰਾਜੇ ਹੋਏ ਨੇ, ਜਪੀ ਤਪੀ ਹੋਏ ਨੇ, ਜਿਨ੍ਹਾਂ ਨੇ ਸਾਰੀ ਉਮਰ ਬ੍ਰਹਮਚਰਜੀ ਰੱਖ ਛੱਡਿਆ। ਐਸੇ ਵੀ ਦੁਨੀਆ ਤੇ ਰਾਜੇ ਸਨ। ਜਿਸ ਕੋ ਬਚਨ ਕਰੇ ਇੱਕ ਬਾਰੇ, ਜਿਹਨੂੰ ਇੱਕ ਵਾਰੀ ਬਚਨ ਕਰ ਦਿੰਦੇ ਸਨ, ਤਿਸ ਕੋ ਮਨ ਟਿਕ ਜਾਹੇ ਸੁਖਾਰੇ। ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਐਸੇ ਨੇ ਬ੍ਰਹਮਚਾਰੀ, ਇਹਨਾਂ ਵਰਗਾ ਮਨ ਕਿਹਦਾ ਟਿਕਿਆ ਹੋ ਸਕਦਾ। ਤੂੰ ਆਖਦਾ ਨਾ ਬੰਦਾ ਚਾਹੀਦਾ ਮਨ ਟਿਕਿਆ ਹੋਵੇ, ਉਹ ਬ੍ਰਹਮਚਾਰੀ ਹੋਵੇ, ਉਹ ਮਨ ਦਾ ਤਨ ਦਾ ਨਿਰਮਲ ਹੋਵੇ। ਜਿਹੜੀਆਂ ਜਿਹੜੀਆਂ ਤੂੰ ਗੱਲਾਂ ਕਹੀਆਂ ਨੇ ਜੱਗ ਵਾਸਤੇ, ਸਾਰੀਆਂ ਗੱਲਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਿੱਚ ਨੇ। ਇਹਨਾਂ ਦੀ ਕੁੱਲ ਵੀ ਉੱਚੀ ਹੈ, ਇਹਨਾਂ ਨੇ ਮਨ ਵੀ ਜਿੱਤਿਆ, ਤਨ ਵੀ ਜਿੱਤਿਆ, ਮਾਇਆ ਦੀ ਵੀ ਇਹਨਾਂ ਕੋਲ ਕਮੀ ਨਹੀਂ ਹੈ। ਨਿਜ ਮਨ ਬਸ ਕਰਵੇ ਕਿਆ ਕਰੀਏ, ਨਿਜ ਮਨ ਬਸ ਕਰਵੇ ਕਿਆ ਕਰੀਏ। ਇਹ ਆਪਣੇ ਮਨ ਨੂੰ ਵਸ ਕਰਨਾ, ਇਹ ਜਿਹੜੀ ਤੂੰ ਗੱਲ ਕਹੀ ਹੋਈ ਹੈ, ਜਨਕ ਸਮਾਨ ਬ੍ਰਿਤੀ ਜਿਨ ਲਹੀ ਹੈ। ਇਹਨਾਂ ਦੀ ਬਿਰਤੀ ਬਹੁਤ ਵੱਡੀ ਹੈ। ਇਹਨਾਂ ਗੁਰਮੁਖੋ ਉਦਾਹਰਨਾਂ ਆ ਜਾਂਦੀਆਂ ਇਤਿਹਾਸ ਦੇ ਵਿੱਚ, ਪਰ ਕਦੇ ਇਹ ਟਪਲਾ ਨਹੀਂ ਖਾ ਲੈਣਾ, ਕਦੇ ਇਹ ਭੁਲੇਖਾ ਨਹੀਂ ਖਾ ਲੈਣਾ ਵੀ ਮਹਾਰਾਜ ਨੂੰ ਉਹਦੇ ਬਰਾਬਰ ਆਖਿਆ ਜਾਂ ਮਹਾਰਾਜ ਨੂੰ ਉਹਦਾ ਅਵਤਾਰ ਆਖਿਆ। ਤੂੰ ਤੇ ਜਨਕ ਰਾਜਾ ਅਵਤਾਰ, ਸੰਸਾਰ ਤਾਪ ਨਿਵਾਰ। ਇਹ ਗੁਰਬਾਣੀ ਦਾ ਬਚਨ ਹੈ। ਭੱਟਾਂ ਨੇ ਆਖਿਆ ਮਹਾਰਾਜ ਤੁਸੀਂ ਜਨਕ ਰਾਜੇ ਵਰਗੇ ਹੋ। ਇਹਦਾ ਭਾਵ ਇਹ ਨਹੀਂ ਵੀ ਜਨਕ ਮਹਾਰਾਜ ਦੇ ਬਰਾਬਰ ਹੈ। ਇੱਥੇ ਇੱਕ ਉਦਾਹਰਨ ਦਿੱਤੀ ਹੈ। ਜਨਕ ਰਾਜਾ ਰਾਜ ਭਾਗ ਦੇ ਵਿੱਚ ਰਹਿੰਦਿਆਂ ਹੋਇਆਂ ਰਾਜ ਭਾਗ ਦੇ ਪਦਾਰਥਾਂ ਤੋਂ ਨਿਰਲੇਪ ਹੈ। ਇੱਕ ਸਾਖੀ ਆਉਂਦੀ ਹੈ, ਕਹਿਣ ਲੱਗੇ ਸੁਖਦੇਵ ਨਾਮ ਦਾ ਇੱਕ ਰਿਸ਼ੀ ਹੋਇਆ। ਇਹਦਾ ਜਨਮ 12 ਸਾਲਾਂ ਪਿੱਛੋਂ ਹੋਇਆ। ਜਨਮ ਲੈਂਦਿਆਂ ਹੀ ਜੰਗਲ ਨੂੰ ਚੱਲ ਪਿਆ, ਮੈਂ ਨਹੀਂ ਘਰ ਰਹਿਣਾ, ਮੈਂ ਤਪ ਕਰਨਾ। ਜੰਗਲ ਵਿੱਚ ਜਾਂਦਾ ਹੈ, ਕੁਝ ਸਮਾਂ ਤਪ ਕੀਤਾ। ਤਪ ਕਰਦਿਆਂ ਇਹ ਗਿਆਨ ਮਿਲਿਆ ਵੀ ਗੁਰੂ ਧਾਰਨ ਕਰਨਾ ਜ਼ਰੂਰੀ ਹੈ। ਗੁਰੂ ਬਿਨਾਂ ਤਪ ਨਹੀਂ ਸਫਲਾ ਹੁੰਦਾ। ਗੁਰੂ ਧਾਰਨ ਕਿਵੇਂ ਕੀਤਾ ਜਾਵੇ, ਹੁਣ ਗੁਰੂ ਲੱਭਣਾ ਜ਼ਰੂਰੀ ਹੈ। ਕਈਆਂ ਥਾਵਾਂ ਤੇ ਚਲਾ ਗਿਆ, ਗੁਰੂ ਲੱਭਦਾ ਫਿਰਦਾ ਪਰ ਗੁਰੂ ਲੱਭਿਆ ਨਹੀਂ। ਫਿਰ ਇਸ ਨੂੰ ਆਕਾਸ਼ ਦੇ ਵਿੱਚੋਂ ਆਵਾਜ਼ ਆਈ, ਜਨਕ ਨਾਮ ਦਾ ਇੱਕ ਰਾਜਾ ਹੈ, ਉਹਨੂੰ ਜਾ ਕੇ ਗੁਰੂ ਬਣਾ ਲਾ। ਚੱਲ ਪਿਆ, ਜਨਕ ਨੂੰ ਲੱਭਦਾ ਲੱਭਦਾ ਮਨ ਦੇ ਵਿੱਚ ਕਈ ਖਿਆਲ ਬਣ ਗਏ। ਜਿਹਨੂੰ ਮੈਂ ਗੁਰੂ ਬਣਾਉਣ ਚੱਲਿਆ ਉਹ ਬੜਾ ਜਪੀ ਹੋਵੇਗਾ, ਬੜਾ ਤਪੀ ਹੋਵੇਗਾ, ਉਹ ਸੰਨਿਆਸੀ ਹੋਵੇਗਾ, ਬੜਾ ਨਿਤਨੇਮੀ ਹੋਵੇਗਾ, ਬੜਾ ਸਿਮਰਨ ਕਰਨ ਵਾਲਾ ਹੋਵੇਗਾ, ਪਦਾਰਥਾਂ ਤੋਂ ਮਾਇਆ ਤੋਂ ਨਿਰਲੇਪ ਹੋਵੇਗਾ। ਇਹ ਤਸਵੀਰ ਆਪਣੇ ਮਨ ਦੇ ਵਿੱਚ ਬਣਾ ਲਈ ਹੈ। ਪਰ ਜਦੋਂ ਗਿਆ ਨਾ ਜਨਕ ਜੀ ਦੇ ਦਰਬਾਰ ਦੇ ਵਿੱਚ, ਉਹ ਬੈਠੇ ਸਨ ਸਾਹਮਣੇ ਉੱਚੀ ਕੁਰਸੀ ਦੇ ਉੱਪਰ, ਸਾਹਮਣੇ ਦਰਬਾਰ ਲੱਗਾ ਹੋਇਆ, ਮੰਤਰੀ ਬੈਠੇ ਦੋਨਾਂ ਪਾਸਿਆਂ, ਤੇ ਵਿਚਕਾਰ ਅਪਛਰਾ ਜਿਹੜੀਆਂ ਸਨ ਉਹ ਸ਼ਾਸਤਰੀ ਸੰਗੀਤ ਦੇ ਉੱਪਰ ਨਾਚ ਕਰ ਰਹੀਆਂ ਸਨ। ਸਾਰੇ ਮੰਤਰੀ ਤੇ ਰਾਜਾ ਵੀ ਵੇਖਦਾ ਪਿਆ। ਇੰਨੇ ਚਿਰ ਨੂੰ ਉਹ ਰਿਸ਼ੀ ਜਿਹੜਾ ਸੀ ਉੱਥੇ ਪਹੁੰਚ ਗਿਆ। ਤੋ ਵੇਖਿਆ ਨਾ ਵੀ ਰਾਜਾ ਨਿਰਤਕਾਰੀ ਵੇਖਦਾ ਪਿਆ, ਉਹਦੇ ਮਨ ਵਿੱਚ ਇੱਕ ਸ਼ੰਕਾ ਪੈਦਾ ਹੋ ਗਿਆ। ਕਹਿਣ ਲੱਗਾ ਵੀ ਮੈਂ ਤੇ ਸੋਚਿਆ ਵੀ ਮੇਰਾ ਗੁਰੂ ਬੜਾ ਤਿਆਗੀ ਵਿਰਾਗੀ ਹੋਵੇਗਾ, ਜਿਹਨੂੰ ਮੈਂ ਗੁਰੂ ਬਣਾਉਣਾ ਹੈ, ਇਹ ਤੇ ਨਾਚ ਵੇਂਦਾ ਪਿਆ, ਇਹਦਾ ਤੇ ਜੀਵਨ ਬੜਾ ਗਿਰਿਆ ਹੋਇਆ। ਵੇਖਣ ਵਿੱਚੋਂ ਕੋਈ ਕੀ ਲੱਗਦਾ ਹੈ ਉਹ ਵੱਖਰੀ ਗੱਲ ਹੈ, ਅੰਦਰੋਂ ਕਮਾਈ ਕਿੰਨੀ ਉਹ ਵੱਖਰੀ ਗੱਲ ਹੈ। ਇਹਨੇ ਬਾਹਰੋਂ ਹੀ ਵੇਖ ਲਿਆ ਵੀ ਇਹ ਰਾਜਾ ਜ਼ਰੂਰ ਹੈ, ਕੁਰਸੀ ਤੇ ਬੈਠਾ ਹੈ, ਮੈਂ ਇਹਨੂੰ ਗੁਰੂ ਬਣਾਉਣਾ, ਮੇਰਾ ਗੁਰੂ ਤੇ ਨਾਚ ਵੇਖਦਾ ਪਿਆ। ਪਰ ਉਹ ਉਹ ਜਾਣ ਗਏ ਵੀ ਇਹਦੇ ਮਨ ਵਿੱਚ ਇੱਕ ਭਰਮ ਪੈਦਾ ਹੋ ਗਿਆ ਵੀ ਮੈਂ ਨਾਚ ਵੇਂਦਾ ਪਿਆ। ਆਖਿਆ ਕੁਝ ਨਹੀਂ, ਪਰ ਉਹ ਸਾਹਮਣੇ ਖਲੋਤਾ, ਉਹਦੇ ਵਿਚਾਰ ਇਹ ਬਣ ਗਿਆ ਵੀ ਇਹਨੂੰ ਗੁਰੂ ਨਹੀਂ ਬਣਾਉਣਾ। ਹੁਣ ਮੈਂ ਜਿਹੜਾ ਆਪ
ਵੇਖਦਾ ਪਿਆ ਨਾਚ ਹੁੰਦਾ, ਇਹਨੂੰ ਗੁਰੂ ਬਣਾ ਕੇ ਮੈਂ ਕੀ ਲੈਣਾ, ਮੈਂ ਨਹੀਂ ਬਣਾਉਣਾ ਗੁਰੂ ਇਹਨੂੰ। ਜਨਕ ਰਾਜੇ ਨੇ ਇੱਕ ਨਿੱਕਾ ਜਿਹਾ ਕੌਤਕ ਵਰਤਾਇਆ, ਆਪਣੀ ਡਿਊਟੀ ਨੂੰ ਬਾਰ-ਬਾਰ ਅੱਗ ਲਵਾ ਦਿੱਤੀ। ਅੱਗ ਲਵਾਤੀ ਜਾਂ ਲਾਤੀ। ਬਾਹਰੋਂ ਇੱਕ ਸਿਪਾਹੀ ਦੌੜਿਆ ਆਇਆ, ਰਾਜਾ ਆਪਣੀ ਡਿਊਟੀ ਨੂੰ ਅੱਗ ਲੱਗ ਗਈ ਹੈ। ਜਦੋਂ ਇਹ ਗੱਲ ਸੁਣੀ ਨਾ, ਡਿਊਟੀ ਨੂੰ ਅੱਗ ਲੱਗ ਗਈ ਹੈ, ਉਹ ਜਿਹੜਾ ਰਿਖੀ ਆਇਆ ਸੀ ਨਾ ਗੁਰੂ ਬਣਾਉਣ ਵਾਸਤੇ, ਉਹ ਭੱਜ ਪਿਆ ਬਾਹਰ ਨੂੰ ਉਸੇ ਵੇਲੇ। ਜਨਕ ਜੀ ਨੇ ਆਵਾਜ਼ ਮਾਰੀ, ਕਹਿਣ ਲੱਗੇ ਉਰੇ ਆ, ਕਿੱਧਰ ਭੱਜਾ ਚੱਲਿਆ? ਕਹਿਣ ਲੱਗਾ ਜੀ ਤੁਹਾਡੀ ਡਿਊਟੀ ਨੂੰ ਅੱਗ ਲੱਗ ਗਈ ਹੈ। ਕਹਿੰਦੇ ਹਾਂ, ਮੈਨੂੰ ਹੁਣੇ ਸਿਪਾਹੀ ਨੇ ਦੱਸਿਆ। ਪਰ ਤੂੰ ਕਿੱਥੇ ਚੱਲਿਆ? ਕਹਿਣ ਲੱਗਾ ਜੀ ਮੇਰੀਆਂ ਉੱਥੇ ਲੱਕੜ ਦੀਆਂ ਖੜਾਵਾਂ ਪਈਆਂ ਤੇ ਇੱਕ ਮੇਰਾ ਸੋਟਾ ਪਿਆ, ਇੱਕ ਕੰਬਲ ਉੱਤੇ ਲੈਣ ਵਾਲਾ, ਉਹ ਵੀ ਮੈਂ ਉੱਥੇ ਰੱਖ ਕੇ ਆਇਆ। ਜੇ ਤੁਹਾਡੀ ਡਿਊਟੀ ਸੜੇਗੀ, ਮੇਰਾ ਸੋਟਾ ਵੀ ਸੜ ਜਾਣਾ, ਖੜਾਵਾਂ ਵੀ ਤੇ ਕੰਬਲ ਵੀ ਸੜ ਜਾਣਾ। ਜਦੋਂ ਇਹ ਗੱਲ ਕਹੀ ਨਾ ਏਡੇ ਵੱਡੇ ਰਿਖੀ ਨੇ, ਜਨਕ ਜੀ ਹੱਸ ਪਏ। ਕਹਿਣ ਲੱਗੇ ਹੁਣੇ ਤੂੰ ਸੋਚਦਾ ਪਿਆ ਸੀ ਉੱਥੇ ਖਲੋਤਾ ਵੀ ਮੈਂ ਨਾਚ ਵੇਂਦਾ ਪਿਆ ਤੇ ਮੇਰੀ ਤੇ ਕਮਾਈ ਕੋਈ ਨਹੀਂ ਹੈ, ਮੇਰੀ ਡਿਊਟੀ ਨੂੰ ਅੱਗ ਲੱਗੀ ਹੈ, ਮੇਰਾ ਲੱਖਾਂ ਦਾ ਨੁਕਸਾਨ ਹੁੰਦਾ ਪਿਆ, ਮੈਨੂੰ ਫਿਰ ਵੀ ਕੋਈ ਪਰਵਾਹ ਨਹੀਂ, ਮੈਂ ਰੱਬ ਦੇ ਭਾਣੇ ਵਿੱਚ ਬੈਠਾ ਵੀ ਜੋ ਹੁੰਦਾ ਪਿਆ ਠੀਕ ਹੁੰਦਾ ਪਿਆ, ਤੇਰੀਆਂ ਰੁਪਈਏ ਦੀਆਂ ਖੜਾਵਾਂ ਨਹੀਂ ਤੇ ਤੂੰ ਐਡਾ ਵੱਡਾ ਜੋਗੀ ਹੋ ਕੇ ਖੜਾਵਾਂ ਨੂੰ ਚੁੱਕਣ ਚੱਲਿਆ, ਦੌੜ ਚੱਲਿਆ। ਦੱਸ ਕਿਹਦਾ ਮਨ ਟਿਕਿਆ, ਤੇਰਾ ਟਿਕਿਆ ਕਿ ਮੇਰਾ ਟਿਕਿਆ? ਤਿਆਗੀ ਮੈਂ ਆ ਕਿ ਤਿਆਗੀ ਤੂੰ ਹੈ? ਮੈਂ ਰਾਜ ਭਾਗ ਤੇ ਬੈਠਿਆਂ ਵੀ ਤਿਆਗ ਰੱਖਿਆ ਹੈ। ਤੇਰੇ ਕੋਲ 2-4 ਆਨੇ ਦੀਆਂ ਖੜਾਵਾਂ ਨੇ, ਤੂੰ ਤੇ ਉਹ ਨਹੀਂ ਛੱਡ ਸਕਿਆ। ਤਿਆਗ ਦਾ ਭਾਵ ਇਹ ਨਹੀਂ ਹੈ ਵੀ ਘਰ-ਬਾਰ ਛੱਡਿਆ ਤੇ ਫਿਰ ਤਿਆਗੀ ਹੋ ਗਿਆ। ਘਰ-ਬਾਰ ਤੇ ਉਹਨੇ ਵੀ ਛੱਡਿਆ, ਰਿਸ਼ੀ ਜਿਹੜਾ ਆਇਆ ਸੁਖਦੇਵ ਵੀ ਤੇ ਘਰ ਹੀ ਛੱਡ ਕੇ ਆਇਆ ਨਾ, ਜੰਗਲਾਂ ਵਿੱਚ ਕਹਿੰਦਾ ਰਹਿਣਾ। ਤੇ ਜਨਕ ਜੀ ਕਹਿਣ ਲੱਗੇ ਘਰ ਕਾਹਦਾ ਛੱਡਿਆ ਤੂੰ? ਜਿਹੜੀ ਚੀਜ਼ ਛੱਡਣੀ ਚਾਹੀਦੀ ਸੀ ਉਹ ਨਹੀਂ ਛੱਡ ਸਕਿਆ। ਤੇਰਾ ਤੇ ਧਿਆਨ ਅਜੇ ਵੀ ਖੜਾਵਾਂ 'ਚ ਵੀ ਇਹ ਮੇਰੀਆਂ ਨੇ, ਮੇਰ ਤੇ ਅਜੇ ਵੀ ਨਹੀਂ ਛੱਡੀ ਗਈ। ਭਾਵੇਂ ਉਹ ਖੜਾਵਾਂ ਰੁਪਈਏ ਦੀਆਂ ਨੇ, ਭਾਵੇਂ 5 ਪੈਸੇ ਦੀਆਂ ਨੇ, ਭਾਵੇਂ 100 ਦੀਆਂ ਨੇ, 500 ਦੀਆਂ ਨੇ। ਘਰ ਦੀ ਜਾਇਦਾਦ ਛੱਡ ਦਿੱਤੀ, ਕਰੋੜਾਂ ਦੀ, ਲੱਖਾਂ ਦੀ ਜ਼ਮੀਨ ਛੱਡ ਦਿੱਤੀ, ਪਰ ਜਿਹੜੀ ਚੀਜ਼ ਕੋਲ ਹੈ ਖੜਾਵਾਂ, ਉਹਨਾਂ ਦਾ ਮੋਹ ਨਹੀਂ ਛੱਡਿਆ ਗਿਆ। ਕਹਿਣ ਲੱਗੇ ਬਰਾਬਰ ਹੀ ਹੈ, ਭਾਵੇਂ ਘਰ ਛੱਡਿਆ ਤੇ ਭਾਵੇਂ ਨਹੀਂ ਛੱਡਿਆ, ਜੇ ਖੜਾਵਾਂ ਦਾ ਮੋਹ ਨਹੀਂ ਛੱਡ ਸਕਿਆ, ਸਮਝ ਲਾ ਵੀ ਘਰ ਦਾ ਵੀ ਨਹੀਂ ਛੱਡਿਆ ਗਿਆ। ਹੁਣ ਤੂੰ ਦੱਸ, ਮੇਰੀ ਡਿਊਟੀ ਨੂੰ ਅੱਗ ਲੱਗੀ ਹੈ, ਮੇਰਾ ਉੱਥੇ ਕਿੰਨਾ ਅਸਲਾ ਪਿਆ ਹੋਇਆ, ਕਿੰਨਾ ਮੇਰਾ ਉੱਥੇ ਸੋਨੇ ਤੇ ਚਾਂਦੀ ਦੇ ਖਜ਼ਾਨੇ ਪਏ ਹੋਏ ਨੇ, ਉਹ ਸਾਰੇ ਸੜਦੇ ਪਏ ਨੇ, ਮੈਨੂੰ ਉਹਨਾਂ ਦਾ ਮੋਹ ਨਹੀਂ ਹੈ, ਮੈਂ ਇੱਥੇ ਬੈਠਾ ਹਾਂ। ਤੇਰੀਆਂ ਖੜਾਵਾਂ ਨੇ, ਤੂੰ ਉਹਦਾ ਮੋਹ ਨਹੀਂ ਛੱਡ ਸਕਿਆ। ਜਦੋਂ ਇਹ ਗੱਲ ਸੁਣੀ ਨਾ ਉਸ ਰਿਖੀ ਨੇ, ਤੇ ਭੱਜ ਕੇ ਫਿਰ ਪੈਰ ਫੜ ਲੈ। ਕਹਿਣ ਲੱਗਾ ਜੀ ਤੁਸੀਂ ਤੇ ਮਨ ਦੀ ਗੱਲ ਜਾਣ ਲਈ, ਵਾਕਿਆ ਇਹ ਗੱਲ ਸੱਚੀ ਹੈ, ਤੁਸੀਂ ਤੇ ਤਿਆਗੀ ਹੋ, ਮੈਂ ਨਹੀਂ ਤਿਆਗ ਕਰ ਸਕਿਆ। ਹੁਣ ਮੇਰੀ ਬੇਨਤੀ ਇਹ ਹੈ ਵੀ ਮੈਨੂੰ ਆਪਣਾ ਚੇਲਾ ਬਣਾ ਲਓ, ਮੈਨੂੰ ਖੈਰ ਪਾ ਦਿਓ ਨਾਮ ਦੀ, ਮੈਨੂੰ ਦਸ਼ਨਾ ਦੇ ਦਿਓ ਨਾਮ ਦੀ। ਜਨਕ ਰਾਜੇ ਨੇ ਫਿਰ ਨਾਹ ਦੇ ਵਿੱਚ ਸਿਰ ਮਾਰਿਆ। ਕਹਿਣ ਲੱਗੇ ਨਾ, ਉਹ ਸਮਾਂ ਲੰਘ ਗਿਆ। ਜਦੋਂ ਚੇਲੇ ਦੇ ਮਨ ਵਿੱਚ ਸ਼ੰਕਾ ਪੈਦਾ ਹੋ ਜਾਵੇ ਨਾ, ਸ਼ੱਕ ਪੈਦਾ ਹੋ ਜਾਵੇ, ਉਹਨੂੰ ਚੇਲਾ ਬਣਾਉਣ ਦਾ ਫਾਇਦਾ ਕੋਈ ਨਹੀਂ, ਉਹ ਤਰ ਨਹੀਂ ਸਕਦਾ। ਉਹ ਸਮਾਂ ਲੰਘ ਗਿਆ, ਹੁਣ ਨਹੀਂ ਗੱਲ ਬਣੇਗੀ, ਜਾ ਚਲੇ ਜਾ ਜਿੱਧਰੋਂ ਆਇਆ। ਬਾਹਰ ਨਿਕਲ ਗਿਆ ਮਹਿਲਾਂ ਤੋਂ। ਜਿਹੜੀ ਰਸੋਈ ਦੇ ਵਿੱਚ ਜਨਕ ਰਾਜਾ ਪ੍ਰਸ਼ਾਦਾ ਛਕਦਾ, ਉਸ ਰਸੋਈ ਦੇ ਬਾਰ-ਬਾਰ ਜਾ ਕੇ ਖਲੋਤਾ। ਜਨਕ ਰਾਜਾ ਰੋਜ਼ ਕੇਲੇ ਦੀਆਂ ਪਤਲਾਂ ਦੇ ਉੱਪਰ ਪ੍ਰਸ਼ਾਦਾ ਛਕਦਾ। ਪ੍ਰਸ਼ਾਦਾ ਛਕਣ ਤੋਂ ਮਗਰੋਂ ਚੁਬਾਰੇ ਦੇ ਵਿੱਚੋਂ ਖਿੜਕੀ ਖੋਲ੍ਹੀ ਜਾਂਦੀ ਹੈ, ਉਹ ਪਤਲਾਂ ਥੱਲੇ ਸੁੱਟੀਆਂ ਜਾਂਦੀਆਂ। ਉੱਥੇ ਇਹ ਰਿਖੀ ਖਲੋਤਾ ਹੈ। ਰੋਜ਼ ਉਹ ਪਤਲਾਂ ਸਿਰ ਵਿੱਚ ਡਿੱਗਦੀਆਂ ਆ ਕੇ ਜੂਠੀਆਂ। ਹਿੱਲਿਆ ਨਹੀਂ। ਜੂਠਨ ਜੂਠ ਪਈ ਸਿਰ ਉੱਪਰ, ਤਿੰਨ ਤਿਲ ਮਨੁਆ ਖਿਲ ਨਾ ਡਲਾਵੇ ਗੋ। 12 ਸਾਲ ਖਲੋਤਾ ਰਿਹਾ। 12 ਸਾਲ ਉਹ ਪਤਲਾਂ ਜੂਠੀਆਂ ਸਿਰ 'ਚ ਡਿੱਗਦੀਆਂ ਰਹੀਆਂ। 12 ਸਾਲਾਂ ਪਿੱਛੋਂ ਜਾ ਕੇ ਉਪਦੇਸ਼ ਮਿਲਿਆ। ਇਹ ਗੁਰਬਾਣੀ ਦਾ ਬਚਨ ਹੈ, ਤੂੰ ਤਾਂ ਜਨਕ ਰਾਜਾ ਅਵਤਾਰ। ਪਰ ਇੱਥੇ ਇਹ ਨਹੀਂ ਸਮਝ ਲੈਣਾ ਵੀ ਮਹਾਰਾਜ ਜਨਕ ਰਾਜੇ ਦੇ ਅਵਤਾਰ ਨੇ। ਇਹ ਇੱਕ ਉਦਾਹਰਨ ਹੈ। ਜਿਵੇਂ ਜਨਕ ਰਾਜਾ ਰਾਜ ਭਾਗ ਦੇ ਵਿੱਚ ਰਹਿੰਦਿਆਂ ਹੋਇਆਂ ਸਭ ਕਾਸੇ ਦਾ ਤਿਆਗ ਉਹਨੇ ਅੰਦਰੋਂ ਕੀਤਾ ਸੀ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ, ਤੁਸੀਂ ਵੀ ਪਰਿਵਾਰ ਵਿੱਚ ਰਹਿੰਦਿਆਂ, ਬੱਚਿਆਂ ਵਿੱਚ ਰਹਿੰਦਿਆਂ ਹੋਇਆਂ, ਰਿਸ਼ਤੇਦਾਰੀ ਵਿੱਚ ਰਹਿੰਦਿਆਂ ਹੋਇਆਂ ਸਭ ਕਾਸੇ ਦਾ ਤਿਆਗ ਕੀਤਾ ਹੋਇਆ ਹੈ। ਇੱਕ ਵਾਰੀ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ। ਗੁਰਮੁਖੋ, ਇਹ ਹੁੰਦੀਆਂ ਉਦਾਹਰਨਾਂ, ਪਰ ਉਹਨਾਂ ਉਦਾਹਰਨਾਂ ਨੂੰ ਸਮਝਣ ਵਾਸਤੇ ਉਹੋ ਜੀ ਸਾਡੀ ਆਤਮ ਵਿਸ਼ੈਨੀ ਮੱਤ ਚਾਹੀਦੀ ਹੈ।
ਪਰ ਸਾਡੇ ਕੁਝ ਲੋਕ ਐਸੇ ਨੇ ਜਿਹੜੇ ਇਹੋ ਜਿਹੀਆਂ ਪੰਕਤੀਆਂ ਫੜ ਕੇ ਫਿਰ ਉਹਦਾ ਪ੍ਰਚਾਰ ਕਰਦੇ ਆ, ਗਲਤ ਲਿਖਿਆ ਜੀ, ਇਹ ਹੋਣਾ ਹੀ ਨਹੀਂ ਚਾਹੀਦਾ। ਇਤਿਹਾਸ ਤੇ ਕਿਸੇ ਵਿਅਕਤੀ ਨੇ ਲਿਖਿਆ, ਉਹਦੇ ਤੇ ਸ਼ੰਕਾ ਵੀ ਕਰ ਦੇਣਗੇ, ਉਹਨੂੰ ਕੱਟ ਵੀ ਦੇਣਗੇ। ਜਿਹੜੀ ਗੁਰਬਾਣੀ ਗੁਰੂ ਅਰਜਨ ਸਾਹਿਬ ਨੇ ਲਿਖੀ ਹੈ, ਅੱਜ ਸ਼ੰਕਾ ਉੱਤੇ ਵੀ ਕੀਤਾ ਜਾਂਦਾ ਵੀ ਇਹ ਪੰਕਤੀ ਲਿਖੀ ਕਿਉਂ ਹੈ। ਸਾਡੇ ਜਿਹੜੇ ਧਰਮ ਦੇ ਘਾੜੇ ਨੇ, ਕੁਝ ਲੋਕ ਥੋੜ੍ਹੀ ਜਿਹੀ ਹਉਮੈ ਪ੍ਰਭਤਾ ਮਿਲੀ ਹੈ, ਇਹੋ ਜਿਹੀਆਂ ਉਂਗਲਾਂ ਉਹ ਚੁੱਕਦੇ ਨੇ। ਇਹ ਇੱਕ ਉਦਾਹਰਨ ਦਿੱਤੀ ਗਈ ਹੈ, ਐਸੀਆਂ ਕਈ ਉਦਾਹਰਨਾਂ ਨੇ। ਇੱਥੇ ਹੁਣ ਇਹ ਜਿਹੜਾ ਸਿੱਖ ਹੈ ਨਾ, ਜਿਹਦਾ ਬਚਨ ਆਪਾਂ ਸਰਵਣ ਕਰਦੇ ਪਏ ਹਾਂ, ਇਹ ਮਹਾਰਾਜ ਦੀ ਇੱਕ ਉਦਾਹਰਨ ਦਿੰਦਾ ਪਿਆ। ਪਰ ਇੱਥੋਂ ਇਹ ਨਹੀਂ ਸਮਝ ਲੈਣਾ ਵੀ ਇਹ ਜਿੰਨੇ ਰਾਜਿਆਂ ਦੇ ਨਾਮ ਲਏ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗੇ ਨੇ। ਨਹੀਂ, ਇਹ ਤੇ ਉਹਨਾਂ ਦੀ ਚਰਨਾਂ ਦੀ ਧੂੜੀ ਵਰਗੇ ਵੀ ਨਹੀਂ ਹੋ ਸਕਦੇ। ਉਹ ਖੁਦ ਪਰਮੇਸ਼ਰ ਨੇ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ। ਸਤਿਗੁਰੂ ਕੀ ਕਲਾ ਵਰਤਾਉਣਗੇ, ਕੱਲ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਲੇਖਾ ਕਤਹਿ ਨਾ ਛੁੱਟੀ ਹੈ, ਬਖਸ਼ਣਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀ।